ਦੋਸਤੋ, ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਡਾਇਸਪੋਰਾ ਸੈਂਟਰ ਪਿਛਲੇ ਲੰਮੇ ਸਮੇਂ ਤੋਂ ਬਾਹਰ ਵਸੇ ਪੰਜਾਬੀਆਂ ਨੂੰ ਇੱਧਰਲੇ ਪੰਜਾਬ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਰਿਹਾ ਹੈ। ਹੁਣ ਵੀ ਇਸੇ ਕੋਸ਼ਿਸ਼ ਤਹਿਤ ਅੱਜ ਅਸੀਂ ਇਕੱਠੇ ਹੋਏ ਹਾਂ। ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਦੇ ਇੱਕ ਤੋਂ ਵਧੇਰੇ ਪ੍ਰੋਜੈਕਟ ਨੇ, ਜਿਹਦੇ ਵਿੱਚ ਇੱਕ ਪ੍ਰੋਜੈਕਟ ਹੈਗਾ ਜਿਹੜੇ ਸਾਡੇ ਬਾਹਰ ਪ੍ਰਵਾਸੀ ਭਾਈਚਾਰਾ ਵਸਦਾ, ਉਹ ਜਦੋਂ ਕਦੇ ਸਾਡੇ ਕੋਲ ਆਉਂਦਾ ਅਸੀਂ ਉਹਨਾਂ ਦੀਆਂ ਇੰਟਰਵਿਊਜ਼ ਕਰ ਸਕੀਏ, ਉਹਨਾਂ ਦੇ ਜਿਹੜੇ ਲਾਈਫ ਦੇ ਐਕਸਪੀਰੀਐਂਸਿਸ ਨੇ ਉਹਨਾਂ ਨੂੰ ਰਿਕਾਰਡ ਕਰ ਸਕੀਏ ਅਤੇ ਆਉਣ ਵਾਲੀਆਂ ਜਨਰੇਸ਼ਨਸ ਲਈ ਸਾਂਭ ਸਕੀਏ। ਨਾਲ ਦੀ ਨਾਲ ਅਸੀਂ ਇਹ ਸਮਝ ਸਕੀਏ ਕਿ ਬਾਹਰ ਜਾਣ ਦਾ, ਪ੍ਰਵਾਸ ਧਾਰਨ ਕਰਨ ਦਾ ਅਰਥ ਕੀ ਹੁੰਦਾ, ਮਤਲਬ ਕੀ ਹੁੰਦਾ, ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਅਸੀਂ ਲੰਘਦੇ ਹਾਂ। ਇੱਕ ਗੱਲ ਹੋਰ ਕਿ ਹੁਣ ਤੱਕ ਦੀਆਂ ਜਿੰਨੀਆਂ ਸਟੱਡੀਜ਼ ਬਹੁਤੀਆਂ ਹੋਈਆਂ ਨੇ ਉਹ ਯੂਰਪ 'ਤੇ ਕੇਂਦਰਿਤ ਰਹੀਆਂ ਨੇ ਜਾਂ ਫਿਰ ਉਹ ਨਾਰਥ ਅਮਰੀਕਾ ਦੇ ਖੇਤਰ 'ਤੇ ਕੇਂਦਰਿਤ ਰਹੀਆਂ ਨੇ। ਇੱਕ ਪੰਜਾਬ ਤੋਂ ਵੱਡਾ ਪ੍ਰਵਾਸ ਜਿਹੜਾ ਉਹ ਗਲਫ ਕੰਟਰੀਜ਼ ਦੇ ਵਿੱਚ ਹੁੰਦਾ ਰਿਹਾ ਅਤੇ ਉੱਥੋਂ ਸਾਨੂੰ ਬਹੁਤ ਘੱਟ ਜਿਹੜੀ ਜਾਣਕਾਰੀ ਆਉਂਦੀ ਰਹੀ ਹੈ ਕਿ ਉੱਥੇ ਪੰਜਾਬੀ ਕਿਵੇਂ ਪਹੁੰਚੇ ਨੇ, ਕਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਜਿਉਇਆ। ਮਿਸਾਲ ਦੇ ਤੌਰ 'ਤੇ ਕਤਰ, ਬਹਿਰੀਨ, ਕੁਵੈਤ, ਓਮਾਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਦੇ ਵਿੱਚ ਸਾਨੂੰ ਬਹੁਤ ਘੱਟ ਜਾਣਕਾਰੀ ਆਉਂਦੀ ਰਹੀ ਹੈ। ਅੱਜ ਸਾਡੀ ਖੁਸ਼ਕਿਸਮਤੀ ਇਹ ਆ ਕਿ ਸਬੱਬ ਨਾਲ ਸਾਡੇ ਕੋਲ ਡਾਕਟਰ ਜੋਗਿੰਦਰ ਸਿੰਘ ਭਗਾਲੀਆ ਜੀ ਆਏ ਹੋਏ ਨੇ। ਇਹਨਾਂ ਦਾ ਪਿੰਡ ਨੂਰ ਮਹਿਲ ਦੇ ਲਾਗੇ, ਜਲੰਧਰ ਲਾਗੇ ਭੰਗਾਲਾ, ਅਤੇ ਇਹ ਦੁਬਈ ਦੇ ਵਿੱਚ ਰਹਿੰਦੇ ਨੇ। ਉਹਨਾਂ ਦਾ ਉੱਥੇ ਆਯੁਰਵੈਦਿਕ ਹੌਸਪੀਟਲ ਆ ਜਿਹੜਾ ਕਿ ਕਾਫੀ ਉੱਥੇ ਉਹਦਾ ਨਾਂ ਥਾਂ, ਅਤੇ ਉੱਥੋਂ ਦੇ ਪ੍ਰਸਿੱਧੀ ਵਾਲੇ ਲੋਕ ਉੱਥੇ ਇਹਨਾਂ ਤੋਂ ਆਪਦਾ ਇਲਾਜ ਕਰਵਾਉਂਦੇ ਨੇ। SP ਓਬਰਾਏ ਹੋਣੀ ਜਿਹਨਾਂ ਨੂੰ ਅਸੀਂ ਜਾਣਦੇ ਹਾਂ, ਉਹ ਵੀ ਇਹਨਾਂ ਕੋਲ ਇੱਕ ਤਰ੍ਹਾਂ ਨਾਲ ਛੋਟੇ ਭਰਾ ਵਾਂਗੂ, ਸ਼ਿਸ਼ ਵਾਂਗੂ ਵਿਚਰੇ ਨੇ ਅਤੇ ਉਹਨਾਂ ਨੂੰ ਸਾਧਣ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ। ਇਸ ਤੋਂ ਬਿਨਾਂ ਭਗਾਲੀਆ ਸਾਹਿਬ ਕਵਿਤਾ ਲਿਖਦੇ ਰਹੇ ਨੇ। ਉਹਨਾਂ ਦੀ ਇੱਕ ਕਿਤਾਬ ਟੁੱਟੇ ਤਾਰੇ ਦੀ ਲਕੀਰ ਛਪ ਚੁੱਕੀ ਆ। ਇੱਕ ਲੋਕ ਬੋਲੀਆਂ ਦਾ ਸੰਗ੍ਰਹਿ ਧੜਕਣ ਪੰਜਾਬ ਦੀ ਛਪ ਚੁੱਕਿਆ। ਇਸ ਤੋਂ ਬਿਨਾਂ ਇੱਕ ਇਹਨਾਂ ਦਾ ਵੱਖਰੀ ਤਰ੍ਹਾਂ ਦਾ ਸ਼ੌਕ, ਜਿਹਦੇ ਬਾਰੇ ਅਸੀਂ ਬਾਅਦ 'ਚ ਜਾ ਕੇ ਫਿਰ ਗੱਲ ਕਰਾਂਗੇ। ਇਹਨਾਂ ਨੇ 2 ਫੀਚਰ ਫਿਲਮਾਂ, ਐਨੀਮੇਸ਼ਨ ਫੀਚਰ ਫਿਲਮਾਂ ਬਣਾਈਆਂ ਨੇ। ਪਹਿਲੀ ਫਿਲਮ ਬਣਾਈ ਸੀ ਗੁਰੂ ਕਾ ਬੰਦਾ, ਬਾਬਾ ਬੰਦਾ ਸਿੰਘ ਬਹਾਦਰ ਉੱਤੇ, ਜਿਹਨੂੰ ਫਿਰ 2018 ਦਾ ਬੈਸਟ ਐਨੀਮੇਸ਼ਨ ਫਿਲਮ ਦਾ ਅਵਾਰਡ ਮਿਲਿਆ। ਅਤੇ ਜਿਹੜੀ ਹੁਣ ਫਿਲਮ ਹਾਲੇ ਰਿਲੀਜ਼ ਹੋਣੀ ਆ 22 ਅਕਤੂਬਰ 2021 ਨੂੰ, ਉਹ ਜੈ ਭੀਮ ਆ। ਭਗਾਲੀਆ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਸੈਂਟਰ ਫਾਰ ਡਾਇਸਪੋਰਾ ਸਟੱਡੀ ਵਿੱਚ ਆਉਣ ਦੇ। ਸਾਡੇ ਨਾਲ ਇਹਨਾਂ ਤੋਂ ਪਰਲੇ ਪਾਸੇ ਸਤਨਾਮ ਚਾਨਾ ਜੀ ਬੈਠੇ ਨੇ। ਪੰਜਾਬੀ ਸਾਹਿਤਕ ਜਗਤ ਵਾਲੇ ਲੋਕ ਚਾਨਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। 577 ਪਿੰਡਾਂ ਦਾ ਇਹਨਾਂ ਨੇ ਸਰਵੇ ਕੀਤਾ ਸੀ। ਉਹਦਾ ਮਕਸਦ ਇਹ ਸੀ ਕਿ NRIs ਨੇ ਪੰਜਾਬ ਦੇ ਵਿੱਚ ਕਿੱਥੇ ਕਿੰਨਾ ਕੰਮ ਕੀਤਾ, ਕਿਸ ਤਰ੍ਹਾਂ ਦਾ ਪਿੰਡਾਂ ਨੂੰ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਫਾਇਦਾ ਪਹੁੰਚਾਇਆ। ਉਹ 577 ਪਿੰਡਾਂ ਦੀ ਸਟੱਡੀ ਜਿਹੜੀ ਉਹ ਕੀਤੀ ਸੀ, ਜਿਹੜੀ ਕਿ ਆਰਟੀਕਲਸ ਦੇ ਰੂਪ ਵਿੱਚ ਸਾਡੇ ਤੱਕ ਪਹੁੰਚੀ ਹੋਈ ਆ। ਤਾਂ ਇੱਕ ਬਹੁਤ ਮਹੱਤਵਪੂਰਨ ਕੰਮ ਸੀ ਜਿਹੜਾ ਅੱਜ ਵੀ ਲੋੜ ਆ ਉਸ ਕੰਮ ਕਰਨ। ਇਸ ਰਸਮੀ ਜਾਣ ਪਛਾਣ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਭਗਾਲੀਆ ਸਾਹਿਬ ਨਾਲ, ਅਤੇ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਦੇਣਗੇ ਚਾਨਾ ਜੀ, ਕਿਉਂਕਿ ਚਾਨਾ ਜੀ ਭਗਾਲੀਆ ਸਾਹਿਬ ਦੇ ਬਹੁਤ ਨਜ਼ਦੀਕੀ ਮਿੱਤਰ ਵੀ ਨੇ। ਸ਼ਾਇਦ ਮੈਂ ਉਨੀਆਂ ਗੱਲਾਂ ਨਾ ਪੁੱਛ ਸਕਾਂ ਜਿੰਨੀਆਂ ਚਾਨਾ ਜੀ ਨੂੰ ਪਤਾ ਹੋਣਗੀਆਂ। ਤਾਂ ਆਪਾਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਆਪਾਂ ਕਰੀਏ ਇਸ ਐਕਸਪੀਰੀਅੰਸ ਤੋਂ ਕੁਝ ਲੱਭਣ ਦਾ, ਜਾਣਨ ਦਾ ਯਤਨ ਕਰੀਏ ਕਿ ਉੱਥੇ ਪੰਜਾਬੀਆਂ ਨੇ ਕਦੋਂ ਜਾਣਾ ਸ਼ੁਰੂ ਕੀਤਾ, ਕਿਸ ਤਰ੍ਹਾਂ ਦਾ ਪ੍ਰਵਾਸ ਹੰਢਾਇਆ। ਭਗਾਲੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਵਾਲ ਇਹੀ ਹੈ ਕਿ ਤੁਹਾਡਾ ਬਚਪਨ ਕਿੱਥੇ ਬੀਤਿਆ, ਤੁਹਾਡਾ ਜਨਮ ਕਿੱਥੇ ਹੋਇਆ ਅਤੇ ਉਹ ਬਚਪਨ ਕਿਸ ਤਰ੍ਹਾਂ ਦਾ? ਬਚਪਨ ਮੇਰਾ ਜੀ, ਪੈਦਾਇਸ਼ ਮੇਰੀ ਪਾਕਿਸਤਾਨ ਕਮਾਲੀਏ ਦੀ ਹੈ। ਓਕੇ। ਅਤੇ ਮੈਂ ਤਕਰੀਬਨ 5-6 ਮਹੀਨੇ ਦਾ ਸੀ ਜਦੋਂ ਸਾਨੂੰ ਇੱਧਰ ਆਉਣਾ ਪੈ ਗਿਆ। ਅਸਲੀ ਪਿੰਡ ਮੇਰਾ ਇਹ ਹੀ ਹੈ ਜਿਹੜਾ ਪਹਿਲਾ ਪਿੰਡ ਭੰਗਾਲਾ। ਇੱਥੋਂ ਬਾਬਾ ਜੀ, ਸਾਡੇ ਦਾਦਾ ਜੀ ਉੱਥੇ ਠੇਕੇ ਲਏ ਉਸੇ ਕੰਮ ਦੇ, ਅਤੇ ਮੇਰੇ ਪਿਤਾ ਜੀ ਅਤੇ ਮਾਤਾ ਜੀ ਵੀ ਉੱਥੇ ਗਏ ਹੋਏ ਸੀ। ਜੱਦੀ ਪਿੰਡ ਸਾਡਾ ਇਹੀ ਹੈ ਜਿਹੜਾ ਪਿੰਡ ਭੰਗਾਲਾ। ਓਕੇ। ਉੱਥੋਂ ਫਿਰ ਪ੍ਰਵਾਸ ਹੋ ਕੇ ਅਸੀਂ ਇੱਥੇ ਆ ਗਏ ਦੁਬਾਰਾ ਆਪਣੇ ਪਿੰਡ ਦੇ ਵਿੱਚ। ਫਿਰ ਮੇਰਾ ਬਚਪਨ, ਪ੍ਰਾਇਮਰੀ ਮੈਂ ਪਿੰਡ ਭੰਗਾੜੇ ਤੋਂ ਕੀਤੀ। ਅੱਛਾ ਜੀ। 10ਵੀਂ ਦੇ ਵਿੱਚ ਮੈਂ ਸਰਮਰਾਏ ਜੰਡਿਆਲਾ ਖਾਲਸਾ ਸਕੂਲ ਸੀ, ਉੱਥੇ ਦਾਖਲ ਹੋਇਆ। ਉੱਥੋਂ ਫਿਰ ਮੈਂ ਰਿਪਬਲਿਕ ਹਾਈ ਸਕੂਲ ਜੰਡਿਆਲਾ, ਅੱਛਾ ਜੀ, ਉੱਥੇ 10ਵੀਂ ਕੀਤੀ। ਉੱਥੇ ਮੇਰੀ ਚਾਨਾ ਜੀ ਨਾਲ ਮੁਲਾਕਾਤ ਹੋਈ ਹੈ। ਉੱਥੋਂ ਲੈ ਕੇ ਕਾਲਜ ਟਾਈਮ ਅਤੇ ਅੱਜ ਤਾਈਂ ਅਸੀਂ ਮਤਲਬ ਘਿਓ ਖਿਚੜੀ ਹੀ ਹਾਂ। ਓਕੇ, ਤਾਂ ਬਹੁਤ ਖੂਬਸੂਰਤ ਗੱਲ ਹੈ ਜੀ। ਅੱਛਾ, ਇਹ ਦੱਸੋ ਕਿ ਫਿਰ ਬਾਹਰ ਜਾਣ ਦਾ ਸਬੱਬ, ਦੁਬਈ ਜਾਣ ਦਾ ਸਬੱਬ ਕਿਵੇਂ ਬਣਿਆ, ਅਤੇ ਇਹ ਵੀ ਦੱਸੋ ਕਿ
ਕਿਹੜੇ ਹਾਲਾਤ ਕਾਰਨ, ਕੀ ਤੁਸੀਂ ਉਸ ਵੇਲੇ ਤੁਹਾਡੀ ਮੈਰਿਜ ਵਿਆਹ ਹੋ ਚੁੱਕਿਆ ਸੀ ਜਾਂ ਨਹੀਂ? ਵਿਆਹ ਹੋਏ ਨੂੰ ਕੋਈ 6 ਮਹੀਨੇ ਹੋਏ ਸੀ। ਅੱਛਾ ਜੀ। ਬਾਹਰ ਜਾਣਾ ਪੈ ਗਿਆ। ਬਾਹਰ ਇਸ ਕਰਕੇ ਕੁਝ ਤਾਂ ਘਰ ਦੀ ਹਾਲਤ ਵੀ, ਮਾਲੀ ਹਾਲਤ ਠੀਕ ਨਹੀਂ ਸੀ। ਕਿਵੇਂ ਜਾਣ ਦਾ ਸਬਬ ਕਿਵੇਂ ਬਣਿਆ, ਵੀ ਕਿਵੇਂ ਗੱਲ ਕਿਵੇਂ ਸ਼ੁਰੂ ਹੋਈ ਕਿ ਹੁਣ ਆਪਾਂ ਚਲੇ ਜਾਈਏ, ਤੇ ਇਹ ਗੱਲ ਕਿਵੇਂ ਸ਼ੁਰੂ ਹੋਈ ਕਿ ਆਪਾਂ ਦੁਬਈ ਜਾਣਾ, ਅਮਰੀਕਾ ਨਹੀਂ ਜਾਣਾ, ਕੈਨੇਡਾ ਨਹੀਂ? ਸਾਡੇ ਪਿੰਡ ਦਾ ਇੱਕ ਸਾਡਾ ਦੋਸਤ ਹੀ ਸੀ, ਉਹ ਦੁਬਈ ਗਿਆ ਹੋਇਆ ਸੀ ਮੇਰੇ ਤੋਂ ਵੀ 4 ਸਾਲ ਪਹਿਲਾਂ ਦਾ। ਉਹ ਆਉਣਾ ਚੱਲ ਜਾਣਾ, ਉਹ ਕਿਸ਼ਤੀਆਂ ਰਾਹੀਂ ਗਏ ਸੀ। ਅੱਛਾ ਜੀ। ਇਰਾਨ ਤੋਂ ਫਿਰ ਦੁਬਈ ਕਿਸ਼ਤੀ ਰਾਹੀਂ ਚੋਰੀ ਛੱਪੀ ਜਿਹੜਾ ਜਾਂਦੇ ਸੀ। ਓਕੇ। ਤੇ ਉਹਨੂੰ ਚਿੱਠੀਆਂ, ਉਦੋਂ ਟੈਲੀਫੋਨ ਹੁੰਦੇ ਨਹੀਂ ਸੀ, ਚਿੱਠੀਆਂ ਰਾਹੀਂ ਸਾਰੀ ਗੱਲਬਾਤ ਕਰਨੀ। ਚਿੱਠੀ ਮੈਂ ਉਹਨੂੰ ਲਿਖੀ ਵੀ ਇਸ ਵੇਲੇ, ਜਾਂ ਤਾਂ ਅਗਲੀ ਮਹੀਨੇ 1.5 ਮਹੀਨੇ ਬਾਅਦ ਮੌਤ ਪੜ ਲਈ। ਅੱਛਾ। ਇਹੋ ਜਿਹੀ ਹਾਲਤ ਭਜਾ ਕੇ ਕਦੇ ਉਧਰ ਨੂੰ ਪੁਲਿਸ ਦੇ ਲੁਕਦੇ ਨਾਲ ਲੁਕਦੇ ਰਹਿਣਾ। ਤੇ ਮੈਨੂੰ ਵੀਜ਼ਾ ਭੇਜ ਦੇ। ਉਹਦੀ 15 ਕੁ ਦਿਨ ਬਾਅਦ ਚਿੱਠੀ ਆ ਗਈ, ਕਹਿੰਦਾ ਜੀ ਤੇਰਾ ਵੀਜ਼ਾ ਫਲਾਨੀ ਕੋ ਮੈਂ ਭੇਜ ਦਿਆਂਗਾ, ਬੰਬੇ ਆ ਜਾਓ। ਬੰਬੇ ਗਏ, ਉੱਥੋਂ ਫਿਰ ਸ਼ਿਪ ਰਾਹੀਂ ਅਸੀਂ 7 ਦਿਨ ਸ਼ਿਪ 'ਚ, ਉਦੋਂ ਪਲੇਨ ਨਹੀਂ ਸੀ ਚੱਲਦੇ। ਫਿਰ ਅਸੀਂ ਉਸ ਵੇਲੇ ਉਹਨਾਂ ਨੇ ਤੁਹਾਨੂੰ ਕੀ ਭੇਜਿਆ ਸੀ, ਦੁਬਾਰਾ ਦੱਸੋ? NOC ਨੌਨ ਆਬਜੈਕਸ਼ਨ ਸਰਟੀਫਿਕੇਟ ਉਹਨਾਂ ਨੇ ਦੁਬਈ ਤੋਂ ਭੇਜਿਆ। ਕੀ ਨਾਂ ਸੀ ਉਹਨਾਂ ਦਾ? ਪ੍ਰੇਮ ਸਿੰਘ ਭੰਗਰ। ਉਹ ਤੁਹਾਡੇ ਪਿੰਡ ਦੇ, ਤੁਹਾਡੇ ਦੋਸਤ ਵੀ ਸੀ ਜਾਂ ਸਿਰਫ ਪਿੰਡ ਦੇ ਹੀ? ਪਿੰਡ ਦੇ ਸੀ, ਦੋਸਤ ਵੀ ਸੀ। ਤੇ ਜਦੋਂ ਤੁਹਾਨੂੰ ਉਹਨਾਂ ਨੇ NOC ਭੇਜਤੀ, ਤੁਸੀਂ ਬੰਬੇ ਗਏ ਤੇ 7 ਦਿਨ ਲੱਗੇ ਜਾਣ? ਉਦੋਂ ਏਜੰਟਾਂ ਰਾਹੀਂ ਜਾਂਦਾ ਸੀ ਸਾਰਾ। ਉਸ ਵੇਲੇ ਖਰਚਾ ਕਿੰਨਾ ਆਇਆ? ਉਦੋਂ 2800 ਰੁਪਏ, ਉਹ ਵੀ ਘਰੋਂ ਮੁਸ਼ਕਲ ਨਾਲ ਹੀ ਮਿਲੇ ਸੀ। ਕੋਈ ਕਿਉਂਕਿ ਮੈਂ ਉਹੀ ਇਧਰੋਂ ਫੜ 2800 ਰੁਪਏ 2800 ਰੁਪਏ ਸ਼ਿਪ ਦਾ 400 ਰੁਪਇਆ ਕਿਰਾਇਆ, ਘਰ ਤੋਂ ਲੈ ਕੇ ਟ੍ਰੇਨ ਦਾ ਕਿਰਾਇਆ, ਰਸਤੇ 'ਚ ਖਾਣਾ ਪੀਣਾ, ਤੇ ਉੱਥੇ ਜਿਹੜੇ 2 ਦਿਨ 3 ਦਿਨ ਰਹਿਣਾ ਪਿਆ, ਉਹਦਾ ਖਰਚਾ ਇਹਦੇ ਵਿੱਚ। ਅੱਛਾ, ਉਹਨਾਂ ਪਲਾਂ ਨੂੰ ਹੁਣ ਯਾਦ ਕਰੋ ਕਿ ਜਦੋਂ ਤੁਸੀਂ ਸ਼ਿਪ ਤੋਂ ਉਤਰੇ, ਦੁਬਈ ਪਹੁੰਚੇ ਸਭ ਤੋਂ ਪਹਿਲਾਂ? ਦੁਬਈ। ਤੁਸੀਂ ਦੁਬਈ ਦੀ ਧਰਤੀ ਤੇ ਪੈਰ ਰੱਖਿਆ, ਉੱਥੋਂ ਯਾਤਰਾ ਸ਼ੁਰੂ ਕਰੋ ਕਿ ਸਭ ਤੋਂ ਪਹਿਲਾਂ ਤੁਹਾਨੂੰ ਲੈਣ ਕੌਣ ਆਇਆ ਹੋਇਆ ਸੀ? ਉਸੇ ਹੀ ਕੰਪਨੀ ਦੀਆਂ ਗੱਡੀਆਂ ਲੈਣ ਆਈਆਂ ਸੀ। ਗਰਮੀ ਕਾਫੀ ਸੀ। ਉਸ ਜਿੰਨੇ ਵੀ 13 ਬੰਦੇ ਸੀ ਅਸੀਂ, ਉਹ ਜਿੰਨੇ ਵੀ ਉਤਰੇ ਸਾਰੇ ਕਹਿਣ ਯਾਰ ਜਦੋਂ ਕਿਰਾਇਆ ਬਣ ਗਿਆ ਵਾਪਸ ਚਲ ਜਾਣਾ। ਹਾਲਤ ਇਦਾਂ ਦੇ ਸੀ। ਨਹੀਂ, ਉਹ ਕਿਉਂ ਸੀ, ਮਤਲਬ ਉਹ ਕਿਉਂ ਇਹ ਸੋਚਦੇ ਸੀ? ਹਾਂਜੀ, ਦਰਖਤ ਘੱਟ ਸੀ, ਗਰੀਨਰੀ ਹੈ ਨਹੀਂ ਸੀ। ਉਹਨਾਂ ਦੇ ਲੋਕ ਵੀ ਜਿਹੜੇ ਟੁਕੀਆਂ 'ਚ ਹੀ ਰਹਿੰਦੇ ਹੁੰਦੇ ਸੀ। ਜਾਣੀ ਉੱਥੇ ਜਿਹੜੇ ਪੰਜਾਬੀ ਉਸ ਦੌਰ 'ਚ ਜਾਂਦੇ ਸੀ, ਉਹਨਾਂ ਨੂੰ ਤੰਗ ਕਰਨ ਵਾਲੀ ਇੱਕ ਚੀਜ਼ ਇਹ ਸੀ ਕਿ ਉੱਥੇ ਗਰਮੀ ਬਹੁਤ ਸੀ। ਗਰਮੀ ਬਹੁਤ ਸੀ ਤੇ ਹਾਰਡ ਵਰਕ ਸੀ, ਕੰਮ ਬਹੁਤ ਸਖਤ ਸੀ। ਕੰਮ ਕਾਹਦਾ ਹੁੰਦਾ ਸੀ? ਕੰਸਟਰਕਸ਼ਨ ਦਾ ਸੀ ਜ਼ਿਆਦਾ। ਕਿਸ ਤਰ੍ਹਾਂ ਦੀ ਕੰਸਟਰਕਸ਼ਨ? ਘਰ ਬਣਾਉਣੇ, ਬਿਲਡਿੰਗਾਂ ਬਣਾਉਣੀਆਂ, ਰੋਡ ਬਣਨੇ, ਇਹ ਕੰਮ ਸੀ। ਤੇ ਉਹਦੇ ਵਿੱਚ ਆਪਣੇ ਪੰਜਾਬੀ ਇੱਕ ਤਰ੍ਹਾਂ ਦੀ ਮਜ਼ਦੂਰੀ ਕਰਦੇ ਸੀ। ਇੱਥੇ ਹੀ ਮੈਂ ਥੋੜੇ ਸਫ਼ਰ ਤੋਂ ਰੋਕ ਕੇ ਇੱਕ ਗੱਲ ਪੁੱਛਦਾ ਕਿ ਤੁਸੀਂ ਦੁਬਈ ਨੂੰ ਜਾਂ ਯੂਨਾਈਟਿਡ ਅਰਬ ਅਮੀਰਾਤ ਨੂੰ ਬਦਲਦੇ ਦੇਖਿਆ ਜੀ। ਕਾਫੀ ਲੰਮਾ ਸਮਾਂ ਤੁਸੀਂ ਉੱਥੇ ਰਹੇ ਜੀ। 48 ਸਾਲ 48 ਸਾਲ ਹੋ ਗਏ ਨਾ, 48 ਸਾਲ ਤੁਸੀਂ ਰਹੇ। ਤਾਂ ਉਹ ਜਿਹੜਾ ਤਬਦੀਲੀ ਉੱਥੇ ਵਾਪਰੀ ਜੀ, ਉਹ ਕਿਸ ਤਰ੍ਹਾਂ ਦੀ ਤਬਦੀਲੀ ਸੀ? ਬਹੁਤ ਜ਼ਿਆਦਾ ਤਬਦੀਲੀ ਹੈ। ਇੰਨੀ ਦੁਨੀਆ 'ਚ ਹੋਰ ਕਿਸੇ ਵੀ ਮੁਲਕ ਨੇ ਇੰਨੀ ਜਲਦੀ ਤਰੱਕੀ ਨਹੀਂ ਕੀਤੀ, ਡਿਵੈਲਪਮੈਂਟ ਦੀ ਜ਼ਰੂਰਤ ਜਿੰਨੀ ਇਸ ਮੁਲਕ ਨੇ ਕੀਤੀ। ਉਹਦੀ ਥੋੜੀ ਜਿਹੀ ਵਿਆਖਿਆ ਕਰੋ ਵੀ ਕਿਸ, ਮਤਲਬ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਸੀ, ਫਿਰ ਇਸ ਤਰ੍ਹਾਂ ਦੇ ਹੋ ਗਏ। ਪਹਿਲਾਂ ਤਾਂ ਰੇਤ ਹੀ ਉੱਡਦੀ ਹੁੰਦੀ ਸੀ, ਹੁਣ ਉੱਥੇ ਦੇਖਣ ਨੂੰ ਨਹੀਂ ਰੇਤ ਮਿਲਦੀ। ਇਹ ਜਿਹੜੀ ਤਬਦੀਲੀ ਵਾਪਰੀ ਹੈ ਜੀ, ਕੀ ਇਹਦੇ ਵਿੱਚ ਮਤਲਬ ਚੰਗਾ ਰੋਲ ਕਿਹਦਾ ਕਹਿ ਸਕਦੇ ਹੋ? ਕਿ ਇਹ ਚੰਗੀ ਤਬਦੀਲੀ ਵਾਪਰੀ ਕਿ ਇਸ ਤਬਦੀਲੀ ਨਾਲ ਕੁਝ ਬੁਰਾ ਵੀ ਆਇਆ? ਨਹੀਂ, ਬੁਰਾ ਤਾਂ ਕੁਝ ਨਹੀਂ ਆਇਆ। ਉੱਥੇ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਬਹੁਤ ਅੱਛੀ ਹੈ। ਤੇ ਉਸ ਐਡਮਿਨਿਸਟ੍ਰੇਸ਼ਨ ਦਾ ਉੱਥੇ ਜਿਹੜੇ ਪੰਜਾਬੀ ਵਸਦੇ ਆ ਜਾਂ ਹੋਰ ਜਗ੍ਹਾਵਾਂ ਤੋਂ ਗਏ ਹੈ ਲੋਕ ਵਸਦੇ, ਉਹਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ? ਅੱਛਾ, ਬਹੁਤ ਅੱਛਾ। ਤੁਹਾਨੂੰ ਮਤਲਬ ਐਂ ਤਾਂ ਨਹੀਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਇੰਗਲੈਂਡ ਦੇ ਵਿੱਚ ਸ਼ੁਰੂ 'ਚ ਲੋਕ ਗਏ, ਉਹਨਾਂ ਨਾਲ ਬੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋਈ ਹੈ ਨਾ, ਨਸਲੀ ਵਿਤਕਰਾ ਸੀ। ਤੁਸੀਂ ਵੀ ਸੰਨ 74 'ਚ ਗਏ। ਹਾਂਜੀ। ਤਾਂ ਕੀ ਉਸ ਦੌਰ ਦੇ ਵਿੱਚ ਉੱਥੋਂ ਦੇ ਲੋਕ ਤੁਹਾਡੇ ਨਾਲ ਕਿਸੇ ਕਿਸਮ ਦਾ ਵਿਤਕਰਾ ਕਰਦੇ ਸੀ ਕਿ ਬੰਦਾ ਬਾਹਰੋਂ ਆਇਆ ਹੋਇਆ? ਨਹੀਂ, ਕੋਈ ਬੰਦੇ ਬਾਹਰੋਂ ਆਏ ਹੋਏ ਨੇ, ਕੋਈ ਵਿਤਕਰਾ ਨਹੀਂ ਸੀ। ਉਹਦਾ ਸਗੋਂ ਰਿਸਪੈਕਟ ਕਰਦੇ ਸੀ ਸਰਦਾਰ ਆਦਮੀ ਦੀ। ਉਹਦਾ ਕੀ ਕਾਰਨ ਸੀ? ਉਹਨਾਂ ਕੋਲ ਕਿਹੜੀ ਕਹਾਣੀ ਸੀ ਜਿਹਦੇ ਕਰਕੇ ਰਿਸਪੈਕਟ ਕਰਦੇ? ਉਹਨਾਂ ਦਾ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਊਦੀ ਅਰਬ ਦਾ ਭ੍ਰਮਣ ਸੀ ਕਿ ਨਹੀਂ, ਉਹਨਾਂ ਨੇ ਜਿਹੜੀ ਉੱਥੇ ਦੀ ਯਾਤਰਾ ਕੀਤੀ ਸੀ, ਉਹਦਾ ਕਾਫੀ ਅਸਰ ਪਿਆ ਸੀ ਉਹਨਾਂ ਲੋਕਾਂ 'ਤੇ। ਅੱਛਾ। ਉਸ ਤੋਂ ਬਾਅਦ ਫਿਰ ਜਿੰਨੇ ਵੀ ਸਰਦਾਰ ਲੋਕ ਆ ਉਹਨਾਂ ਨੂੰ ਕਹਿ ਦਿੰਦੇ ਸੀ ਵੀ ਇਹ ਹੁਣ
ਸੱਚੇ ਆਦਮੀ ਜਾਣੀ ਮੁੱਖ ਪ੍ਰਭਾਵ ਉਹੀ ਸੀ ਨਾ? ਉਹੀ ਸੀ। ਤੇ ਜਦੋਂ ਤੁਸੀਂ ਗਏ ਉੱਥੇ ਕੋਈ ਪੰਜਾਬੀ ਕਿੱਥੇ ਇਕੱਠੇ ਹੁੰਦੇ ਸੀ, ਉਹਨਾਂ ਦੀ ਕੇਂਦਰੀ ਥਾਂ ਗੁਰਦੁਆਰਾ। ਉਹ ਜਦੋਂ ਤੁਸੀਂ ਗਏ ਤਾਂ ਉੱਥੇ ਗੁਰਦੁਆਰਾ ਪਹਿਲਾਂ ਹੀ ਸੀ ਜਾਂ ਤੁਹਾਡੇ ਜਾਣ ਤੋਂ ਬਾਅਦ? ਨਹੀਂ, ਇਹ ਤਕਰੀਬਨ ਕਾਸਟਨ ਬਡਰੋ ਇੱਕ ਸੀਗੀ ਜਿਹਦੇ ਵਿੱਚ ਐਸਪੀ ਅਬਰਾਏ ਸਾਹਿਬ ਵੀ ਸੀ। ਅੱਛਾ ਜੀ। ਤੇ ਉਹਨਾਂ ਦੇ ਟਾਈਮਾਂ 'ਚ ਹੀ ਉੱਥੇ ਢੋਲਕੀ ਹਾਰਮੋਨੀਅਮ ਲੈ ਕੇ ਸ਼ਬਦ ਚੌਂਕੀ ਲਾ ਲੈਣੀ। ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਉੱਥੇ ਲੈ ਕੇ ਗਏ। ਫਿਰ ਉਹਨੂੰ ਉਸੇ ਕੰਪਨੀ ਦੇ ਵਿੱਚ 4000 ਤਕਰੀਬਨ ਵਰਕਰ ਸੀ, ਸਾਰੀਆਂ ਹੀ ਕੌਮਾਂ ਦੇ। ਹਾਂਜੀ, ਸਾਰਿਆਂ ਮਜ਼ਹਬਾਂ ਦੇ। ਤੇ ਫਿਰ ਆਪਣੇ ਬੰਦਿਆਂ ਨੇ ਸਾਰਿਆਂ ਨੇ ਫਿਰ ਹਾਲ ਬਣਾ ਕੇ ਉੱਥੇ ਟੈਂਪਰੇਰੀ ਸੀ ਉਹਦੇ ਵਿੱਚ ਗੁਰਦੁਆਰਾ। ਇਹ ਜਿਹੜਾ ਪਹਿਲਾ ਗੁਰਦੁਆਰਾ ਬਣਿਆ ਜੀ ਕਿਹੜੇ ਸਾਲ ਦੀ ਗੱਲ ਹੈ? ਇਹ 74 ਤਕਰੀਬਨ 73-74 ਦੀ ਗੱਲ, ਯਾਨੀ ਤੁਹਾਡੇ ਜਾਣ ਤੋਂ ਪਹਿਲਾਂ ਹੋਇਆ ਬਣ ਚੁੱਕਿਆ ਸੀ। ਤੇ ਇਹ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਹੈ ਜੀ ਹੁਣ ਤੱਕ, ਜਿਹੜੀ ਕਿਉਂਕਿ ਅਸੀਂ ਇਹ ਵੀ ਸੁਣਦੇ ਹਾਂ ਕਿ ਅਮਰੀਕਾ ਦੇ ਵਿੱਚ ਗੁਰਦੁਆਰਿਆਂ 'ਚ ਬਹੁਤ ਪੋਲਿਟਿਕਸ ਰਾਜਨੀਤੀ ਰਹਿੰਦੀ ਹੈ। ਨਹੀਂ, ਦੁਬਈ ਦਾ ਕੋਈ ਤੁਹਾਡੇ ਕਿਸ ਤਰ੍ਹਾਂ ਕੌਣ ਪ੍ਰਬੰਧ ਸਾਂਭਦਾ ਗੁਰਦੁਆਰਿਆਂ ਦਾ? ਗੁਰਦੁਆਰੇ ਪ੍ਰਬੰਧ ਕਮੇਟੀ ਬਣੀ ਹੋਈ। ਕਮੇਟੀ ਬਣੀ ਹੋਈ। ਤੁਹਾਡੇ ਵਾਈਫ ਫਿਰ ਕਦੋਂ ਜਾਂਦੇ ਆ? ਵਾਈਫ ਮੇਰੇ 1990 ਚ ਗਏ। ਅੱਛਾ, ਤੁਸੀਂ 74 ਚ ਤੁਸੀਂ ਜਾਂਦੇ ਹੋ ਤੇ ਵਾਈਫ ਤੁਹਾਡੇ 90? ਇੰਨਾ ਗੈਪ ਕਿਉਂ? ਉਦੋਂ ਹਾਲਤ ਇਦਾਂ ਸੀ ਕਿ ਜਿਹੜਾ ਕੁਝ ਘਰ ਬਣਨ ਵਾਲਾ ਸੀ, ਜਾਂ ਉਸੇ ਅਸੀਂ 530 ਦਰਾਮ ਦਿੰਦੇ ਸੀ ਤਾਂ ਇੰਡੀਆ ਦਾ 1000 ਰੁਪਈਆ ਬਣਦਾ ਹੈ। ਹੁਣ 1 ਦਰਾਮ ਆ ਤੇ 20 ਇੰਡੀਅਨ ਰੁਪਏ ਬਣਦੇ ਆ। ਕਿਤੇ ਇਹ ਤਾਂ ਨਹੀਂ ਗੱਲ ਸੀ ਕਿ ਉਦੋਂ ਤੁਹਾਡੇ ਮਨ 'ਚ ਇਸ ਕਰਕੇ ਤੁਸੀਂ ਪਰਿਵਾਰ ਨੂੰ ਪੰਜਾਬ ਰੱਖਿਆ ਕਿ ਮੈਂ ਹੀ ਵਾਪਸ ਆ ਜਾਣਾ? ਨਹੀਂ, ਉਦੋਂ ਜ਼ਿਆਦਾ ਫੈਮਲੀਆਂ ਲਿਜਾਣ ਦਾ ਹੈ ਨਹੀਂ ਸੀ, ਰਿਹਾਇਸ਼ ਮਹਿੰਗੀ ਸੀ। ਅੱਛਾ ਜੀ। ਉਹਦਾ ਰੱਖਣਾ ਬਹੁਤ ਮੁਸ਼ਕਿਲ ਸੀ। ਹੁਣ ਥੋੜੀ ਜਿਹੀ ਕਮਾਈ ਦੇ ਵਿੱਚ ਆਪਣਾ ਵੀ ਖਾਣਾ ਪੀਣਾ, ਰਿਹਾਇਸ਼ ਦਾ ਵੀ ਖਰਚਾ ਕਰਨਾ, ਫੈਮਿਲੀ ਦਾ ਖਰਚਾ ਕਰਨਾ ਅਫੋਰਡ ਨਹੀਂ ਸੀ ਕਰਨਾ। 74 ਤੋਂ 90 ਸਮਝ ਲਓ ਕਿ 16 ਸਾਲ ਹੋ ਗਏ। ਹਾਂਜੀ, 16 ਸਾਲਾਂ ਦੇ ਵਿੱਚ ਤੁਸੀਂ, ਉਦੋਂ ਮੇਰਾ ਆਪਣਾ ਬਿਜ਼ਨਸ ਨਹੀਂ ਸੀ। ਤੁਸੀਂ ਆਪ ਕਦੋਂ ਕਿ ਸੋਚਿਆ ਕਿ ਮੈਂ ਬਿਜ਼ਨਸ ਵੱਲ ਜਾਵਾਂ? ਇਹਦੇ ਨਾਲ ਹੀ ਲੱਗਦਾ ਇਹ ਵੀ ਸਵਾਲ ਕਿ ਉੱਥੇ ਸਾਡੇ ਪੰਜਾਬੀ ਕਿਸ ਤਰ੍ਹਾਂ ਦੇ ਕੰਮ ਕਰਦੇ ਆ? ਟਰਾਂਸਪੋਰਟ, ਕੰਸਟਰਕਸ਼ਨ ਲਾਈਨ, ਇਹ ਦੋ। ਟਰਾਂਸਪੋਰਟ 'ਚ ਕੀ ਕੰਮ ਕਰਦੇ? ਉਹ ਮਾਲਕ ਨੇ ਗੱਡੀਆਂ ਦੇ ਜਾਂ ਡਰਾਈਵਰੀ? ਮਾਲਕ ਗੱਡੀਆਂ ਦੇ ਡਰਾਈਵਰੀ ਵੀ ਕਰਦੇ ਆ। ਬਹੁਤ ਸਾਰੇ ਤਕਰੀਬਨ ਜਿਹੜੇ 25% ਲੋਕ ਜਿਹੜੇ ਆ ਉਹ ਮਾਲਕ। ਅੱਛਾ ਜੀ। ਵੈਸੇ ਉੱਥੇ ਓਵਰਆਲ ਪੰਜਾਬੀਆਂ ਦੀ ਜਾਂ ਜਿਹੜੇ ਪੰਜਾਬ ਤੋਂ ਲੋਕ ਗਏ ਹੋਣੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ? ਮੰਨ ਲਓ ਕਿ ਜੇ ਕਿੰਨੀ ਕੁ ਗਿਣਤੀ ਹੈ ਵੈਸੇ, ਤੁਸੀਂ ਅੰਦਾਜ਼ਾ ਦੱਸ ਸਕਦੇ ਹੋ ਆਪਣੇ ਦੁਬਈ ਦੇ ਵਿੱਚ ਜੇ ਅਸੀਂ ਅੰਦਾਜ਼ਾ ਲਾਉਣਾ ਹੋਵੇ? ਇੰਡੀਅਨ ਸਾਰੇ ਤਕਰੀਬਨ 20 ਲੱਖ ਹੋਣਾ। ਉਹਦੇ 'ਚੋਂ ਪੰਜਾਬੀ ਕਿੰਨੇ ਹੋਣਗੇ? ਪੰਜਾਬੀ 50%। ਜੇ ਆਪਾਂ 10 ਲੱਖ ਪੰਜਾਬੀ ਉੱਥੇ ਦੀ ਵੱਡੀ ਗਿਣਤੀ 'ਚ ਹੈ, ਉਹਨਾਂ ਦੀ ਜੀਵਨ ਹਾਲਤਾਂ ਬਿਹਤਰ ਨੇ ਜਾਂ ਉਹਨਾਂ 'ਚੋਂ ਇਹ ਕਹੋ ਕਿ ਬਹੁਤੇ ਔਖੇ ਵੀ ਬਹੁਤ? ਨਹੀਂ, ਬਿਹਤਰ ਨੇ ਸਾਰੇ ਤਕਰੀਬਨ। ਤੁਸੀਂ ਜਾਂਦਿਆਂ ਕਿਹੜਾ ਕੰਮ ਸ਼ੁਰੂ ਕੀਤਾ, ਫਿਰ ਬਦਲਣਾ ਪਿਆ ਕੰਮ ਕਿ ਨਹੀਂ ਬਦਲਣਾ ਪਿਆ, ਜਾਂ ਤੁਹਾਡੇ ਆਸੇ-ਪਾਸੇ ਕੌਣ ਸੀ? ਮਾਲਕਾਂ ਦੇ ਨਾਲ ਕੋਈ ਕੰਫਲਿਕਟ ਕਦੇ ਹੋਇਆ, ਜਾਂ ਕਿੰਨੇ ਪੈਸੇ ਮਿਲਦੇ ਸੀ ਉੱਥੇ? ਕੀ ਅਲਾਉਡ ਸੀ ਜਿਹੜਾ ਵਰਕਰ ਹੈਗਾ ਲੇਬਰ ਦਾ, ਉਹ ਆਪਣੀ ਫੈਮਿਲੀ ਲਿਜਾਣ ਦੇ ਲਈ ਅਪਲਾਈ ਕਰ ਸਕਦਾ ਸੀ? ਐਵੇਂ ਆ ਜੀ ਕਿ ਮਾਸਿਕ ਤਨਖਾਹ 'ਤੇ ਕੰਮ ਕਰਦੇ ਸੀ ਨਾ, ਉਹਦਾ ਲਈ ਬਹੁਤ ਮੁਸ਼ਕਿਲ ਸੀ। ਅੱਛਾ ਜੀ। ਇੱਕ ਉੱਥੇ ਐਗਰੀਮੈਂਟ ਬਣਾਉਣਾ ਪੈਂਦਾ ਸੀ ਰਿਹਾਇਸ਼ ਦਾ, ਉਹ ਬਹੁਤ ਮੁਸ਼ਕਿਲ ਬਣਦਾ ਸੀ ਕਿਉਂਕਿ ਪੈਸੇ ਉਹਨੇ ਨਹੀਂ ਸੀ ਹੁੰਦੇ। ਰਿਹਾਇਸ਼ ਦਾ ਐਗਰੀਮੈਂਟ ਐਪਲੀਕੇਸ਼ਨ ਦੇ ਨਾਲ ਲੱਗਦਾ ਸੀ ਬਈ ਇਹਨਾਂ ਦੀ ਫੈਮਿਲੀ ਇੱਥੇ ਆਉਣੀ ਚਾਹੀਦੀ ਹੈ ਜਾਂ ਫੈਮਿਲੀ ਨੂੰ ਵੀਜ਼ਾ ਦਿੱਤਾ ਜਾਏ। ਕਿ ਉਹ ਮੰਨ ਕੇ ਚੱਲਦੇ ਸੀ ਵੀ ਜਿਹੜਾ ਲੇਬਰ ਕਰਦਾ ਆ ਉਹ ਆਪਣੇ ਪਰਿਵਾਰ ਨੂੰ ਇੱਥੇ ਠੀਕ ਤਰ੍ਹਾਂ ਪਾਲ ਨਹੀਂ ਸਕਦਾ? ਜਿਹੜਾ ਇਹ ਵੀ ਇੱਕ ਸੀ, ਇਹ ਵੀ ਇੱਕ ਬਹੁਤ ਵੱਡੀ ਸੀ ਵੀ ਥੋੜੀ ਜਿਹੀ ਤਨਖਾਹ 'ਚ ਅਗਲਾ ਗੁਜ਼ਾਰਾ ਨਹੀਂ ਕਰ ਸਕਦਾ। ਆਪਾਂ ਗੱਲ ਕਰੀਏ 16 ਸਾਲ ਤੁਸੀਂ ਰਹੇ ਪਰਿਵਾਰ ਤੋਂ ਦੂਰ, ਫਿਰ ਕਿੰਨੇ ਸਮੇਂ ਬਾਅਦ ਪੰਜਾਬ ਗੇੜਾ ਲੱਗਦਾ ਸੀ ਤੇ ਕਿੰਨੀ ਦੇਰ? ਪਹਿਲੇ ਯਾਰ ਮੈਂ 4 ਸਾਲ ਬਾਅਦ ਆਇਆ 77 ਚ। ਅੱਛਾ ਜੀ। ਫਿਰ ਉਸ ਤੋਂ ਪੈਸੇ ਹੀ ਨਹੀਂ ਸੀ ਉਤਰਦੇ ਜਿਹੜੇ ਲੋਨ ਲਏ ਸੀ, ਉਹ ਲਾਏ ਫਿਰ ਆਇਆ। ਉਸ ਤੋਂ ਬਾਅਦ ਫਿਰ ਮੈਂ ਹਰ 1.5-2 ਸਾਲ ਬਾਅਦ ਜਦੋਂ ਫਿਰ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ 85 'ਚ। ਅੱਛਾ ਜੀ। ਫਿਰ ਮੈਂ ਕਦੇ 6 ਮਹੀਨੇ 4 ਮਹੀਨੇ 4-5 ਮਹੀਨੇ ਬਾਅਦ ਆ ਗਿਆ, ਚੱਲ ਗਿਆ।
ਤੇ ਫਿਰ ਜਦੋਂ ਤੁਸੀਂ 4 ਸਾਲਾਂ ਬਾਅਦ ਜਾਂ 1.5 ਸਾਲ ਬਾਅਦ ਆਉਂਦੇ ਸੀ, ਘਰ ਦੀ ਜਾਣਕਾਰੀ, ਕਿਉਂਕਿ ਉਦੋਂ ਤਾਂ ਫੋਨ ਵੀ ਬਹੁਤ ਘੱਟ ਹੁੰਦੇ। ਚਿੱਠੀਆਂ ਸੀ ਡਾਕ ਰਾਹੀਂ। ਅੱਛਾ 15 ਦਿਨ ਚਿੱਠੀ ਆਉਣ ਨੂੰ ਲੱਗ ਜਾਣੇ ਤੇ 15 ਦਿਨ ਬਾਅਦ ਚਿੱਠੀ ਵਾਪਸ ਜਾਣੀ। ਉਹਦਾ ਜਵਾਬ ਜਿਹੜਾ 15 ਮਹੀਨੇ ਬਾਅਦ ਮਤਲਬ ਮਿਲਦਾ ਸੀ। ਉਹ ਵੀ ਪੋਸਟ ਬਾਕਸ ਨੰਬਰ ਜਿਹੜਾ ਕਿਸੇ ਦੁਕਾਨਦਾਰ ਦਾ ਦੇਣਾ ਪੈਂਦਾ ਸੀ, ਆਪਣੀ ਸਿੱਧੀ ਡਾਇਰੈਕਟ ਚਿੱਠੀ ਨਹੀਂ ਸੀ। ਚਿੱਠੀਆਂ ਕੁਝ ਹੈਗੀਆਂ ਜਿਹੜੀਆਂ ਹੁਣ ਉਦੋਂ ਤੁਸੀਂ ਘਰ ਨੂੰ ਲਿਖੀਆਂ ਹੋਣਗੀਆਂ? ਨਹੀਂ, ਗੁਆ ਚਿੱਠੀਆਂ ਹੁਣ ਜਿਹਨੇ ਉਦੋਂ ਇਹ ਸੀ ਪੜ੍ਹ ਕੇ ਫਿਰ। ਇਹ ਕਿਤੇ ਮਾਤਾ ਜੀ ਨੇ ਕੋਈ ਚਿੱਠੀ ਸਾਂਭ ਕੇ ਰੱਖੀ ਹੋਵੇ ਖਾਸ? ਮਾਤਾ ਜੀ ਤਾਂ 72 ਚ ਹੀ, ਅਸੀਂ ਉਦੋਂ ਕਾਲਜ 'ਚ ਸੀ ਜਦੋਂ ਪੂਰੇ ਹੋ ਗਏ। ਡੈਥ ਹੋ ਗਈ ਸੀ ਉਹਨਾਂ ਦੀ। ਡੈਥ ਹੋ ਗਈ ਸੀ। ਫਾਦਰ ਸਾਹਿਬ 2004 ਕੇ ਪੂਰੇ ਹੋਏ। ਤੇ ਤੁਹਾਡੇ ਵਾਈਫ ਨੇ ਕੋਈ ਚਿੱਠੀ ਸਾਂਭ ਕੇ ਰੱਖੀ ਹੋਵੇ? ਨਹੀਂ, ਮੁਸ਼ਕਲ ਹੈ। ਪਰ ਇਹ ਦਿਖਾਉਣੀ ਨਹੀਂ ਚਾਹੁੰਦੇ। ਨਹੀਂ, ਇਹ ਕਿਉਂਕਿ ਉਹ ਇੱਕ ਮਤਲਬ ਹੁਣ ਹਿਸਟੋਰੀਕਲ ਡਾਕੂਮੈਂਟ ਹੋ ਗਿਆ ਨਾ ਜੀ, ਚਿੱਠੀ ਹਿਸਟੋਰੀਕਲ ਡਾਕੂਮੈਂਟ ਹੋ ਗਿਆ। ਹਿਸਟੋਰੀਕਲ ਵੀ, ਨਾਲੇ ਚਿੱਠੀ ਦੇ ਵਿੱਚ ਜੋ ਸੀ ਉਹ ਫੋਨ ਤੇ ਨਹੀਂ ਹੈ। ਉਹ ਫਰਕ ਦੱਸੋ। ਇੱਕ ਇਹ ਹੈ ਕਿ ਮਿਟ चले मेरी उम्मीदों की तरह हर्फ, मगर आज तक तेरे खतों से तेरी खुशबू नहीं गई। ਕਿਆ ਬਾਤ ਹੈ, ਬਹੁਤ ਅੱਛੇ ਜੀ। ਇਹ ਤੋਂ ਪਤਾ ਲੱਗਦਾ ਕਿ ਤੁਸੀਂ ਸ਼ਾਇਰ ਨਾ ਬਿਰਤੀ ਰੱਖਦੇ। ਅੱਛਾ, ਤੁਸੀਂ ਇਹ ਕੋਸ਼ਿਸ਼ ਕਰਿਓ ਜੀ, ਕਿਉਂਕਿ ਚਿੱਠੀ ਜੇ ਕੋਈ ਮਿਲ ਜਵੇ ਹੈ ਨਾ, ਜਾਂ ਕੁਛ ਨਹੀਂ ਮੈਂ ਅੱਛਾ ਤੁਸੀਂ ਵੀ ਸਾਂਭੇ ਨਹੀਂ ਹੈਗੀਆਂ? ਨਹੀਂ, ਉੱਥੇ ਕੌਣ ਸਾਂਭਦਾ। ਅੱਛਾ, ਇਹ ਦੱਸੋ ਕਿ ਕੁਛ ਕਹਿਣ ਲੱਗੇ? ਹਾਂਜੀ, ਪਹਿਲਾਂ ਚਿੱਠੀਆਂ ਇੱਕ ਤਾਰ ਦੇ ਵਿੱਚ ਪਰੋ ਰੱਖੀਆਂ ਹੁੰਦੀਆਂ ਸੀ ਘਰਾਂ 'ਚ, ਸ਼ਾਇਦ ਹਾਂਜੀ ਤੁਸੀਂ ਦੇਖੀਆਂ ਵੀ ਹੋਣ। ਹਾਂਜੀ। ਉਹ ਕਿਸੇ ਖੂੰਟੀ ਨਾਲ ਜਾਂ ਕਿਸੇ ਕਿੱਲ ਨਾਲ ਟੰਗੀ ਰਹਿੰਦੀ, ਉਹਦੇ ਵਿੱਚ ਇੰਨੀਆਂ ਸਾਰੀਆਂ ਚਿੱਠੀਆਂ ਹੁੰਦੀਆਂ। ਇਹ ਜੋ 2000 ਦੇ ਵਿੱਚ ਅਸੀਂ ਆਪਣਾ ਘਰ ਬਦਲੀ ਕੀਤਾ, ਸ਼ਹਿਰ ਆ ਕੇ ਰਹਿਣ ਲੱਗੇ ਹਾਂ, ਉੱਥੇ ਸਾਰਾ ਕੁਝ ਸੁੱਟਿਆ ਹੁੰਦਾ ਘਰਦਿਆਂ ਨੇ। ਮੈਂ ਇੱਥੇ ਨਹੀਂ ਸੀ ਜਦੋਂ ਘਰ ਬਦਲਿਆ ਜੀ, ਉਦੋਂ ਚੱਲਿਆ ਗਿਆ। ਅੱਛਾ, ਚਲੋ ਇਹ ਦੱਸੋ ਕਿ ਕਦੇ ਇਹ ਅਫਸੋਸ ਰਿਹਾ ਮਨ 'ਚ ਕਿ ਮੈਂ ਆਪਦੇ ਪਰਿਵਾਰ ਨਾਲ, ਆਪਦੇ ਬੱਚਿਆਂ ਨਾਲ ਉਨਾ ਸਮਾਂ ਨਹੀਂ ਗੁਜ਼ਾਰ ਸਕਿਆ ਆਪਣੇ ਕੰਮਾਂ ਕਾਰਾਂ ਕਰਕੇ ਜਾਂ ਬਾਹਰ ਹੋਣ ਕਰਕੇ, ਜਿੰਨਾ ਮੈਨੂੰ ਗੁਜ਼ਾਰਨਾ ਚਾਹੀਦਾ ਸੀ? ਉਹ ਕਿਸ ਤਰ੍ਹਾਂ, ਕੋਈ ਕਦੋਂ ਇਸ ਤਰ੍ਹਾਂ ਦਾ ਅਹਿਸਾਸ ਆਇਆ, ਕੋਈ ਉਹਦੀ ਵਿਆਖਿਆ ਤੁਸੀਂ ਕਰ ਸਕੋ? ਇਹ ਵਿਆਖਿਆ ਕਰਨੀ ਤਾਂ ਹਰੇਕ ਲਈ ਮੁਸ਼ਕਲ ਹੋ ਜਾਏਗੀ। ਮੈਨੂੰ ਕਦੋਂ ਆਪਣੇ ਘਰਦਿਆਂ ਦਾ ਯਾਦ ਆਇਆ, ਯਾਨੀ ਇਹ ਤੁਹਾਨੂੰ ਮਤਲਬ ਇੱਕ ਤਕਲੀਫ ਮਨ 'ਚ ਰਹੀ ਕਿ ਤੁਸੀਂ ਆਪਦੇ ਪਰਿਵਾਰ ਤੋਂ ਇੰਨਾ ਸਮਾਂ, ਕਾਫੀ ਸਮਾਂ ਦੂਰ ਰਹੇ, ਹਨਾ? ਹਾਂਜੀ। ਤੇ ਇਹੀ ਤਕਲੀਫ ਤੁਹਾਡੇ ਪਰਿਵਾਰ ਨੂੰ ਵੀ ਤਾਂ ਪਿੱਛੇ ਹੋਣੀ ਹੈ। ਤੇ ਕਦੇ ਇਸ ਮਾਮਲੇ 'ਚ ਲੈ ਕੇ ਕੋਈ ਗੱਲ ਹੋਈ ਹੋਵੇ ਆਪਦੇ? ਇਹਦਾ ਕੋਈ ਪਰ ਇਹ ਤਕਰਾਰ ਨਹੀਂ ਹੋਇਆ ਕੋਈ ਵੀ ਕਦੇ ਵੀ ਅੱਜ ਤੱਕ। ਅੱਛਾ ਜੀ, ਯਾਨੀ ਚੁੱਪ ਚਪੀਤੀ ਇੱਕ ਦੋਵਾਂ ਧਿਰਾਂ ਦੇ ਵਿੱਚ ਸੀ ਗੱਲ ਜੀ, ਕਿ ਦੂਰ ਰਹੇ ਇੰਨਾ ਸਮਾਂ। ਇਹ ਇੱਕ ਤਾਂ ਬੰਗਾਲੀਆ ਸਾਹਿਬ ਤੁਹਾਡਾ ਜਿਹੜਾ ਉੱਧਰ ਜਾ ਕੇ ਆਉਣ ਤੋਂ ਤੇ ਕੰਸਟਰਕਸ਼ਨ ਦਾ ਹੀ ਕੰਮ ਹੈ ਨਾ, ਇਹ ਕੰਸਟਰਕਸ਼ਨ ਦਾ ਕੰਮ ਤੁਸੀਂ ਫਿਰ ਸਿੱਖਿਆ ਉੱਥੇ ਜਾ ਕੇ ਕਿ ਤੁਹਾਨੂੰ ਪਹਿਲਾਂ ਆਉਂਦਾ ਸੀ? ਨਹੀਂ, ਸਾਡਾ ਆਪਣਾ ਫੈਮਿਲੀ ਤੇ ਸਾਡਾ ਪਿਤਾਪੁਰਖੀ ਕੰਮ ਇਹ ਕੰਮ। ਅੱਛਾ, ਫਿਰ ਉੱਥੇ ਜਾ ਕੇ ਤੁਸੀਂ ਕੰਮ ਹੀ ਕੀਤਾ ਕਿ ਠੇਕੇ ਵੀ ਲਏ? ਪਹਿਲਾਂ ਤਾਂ ਹੱਥੀਂ ਕੰਮ ਕੀਤਾ, ਠੇਕੇ ਲੈਣੇ ਬਾਅਦ 'ਚ ਸ਼ੁਰੂ ਕੀਤੇ। ਬਾਅਦ 'ਚ ਤਾਂ ਫਿਰ ਠੇਕੇਦਾਰ ਪੈਦਾ ਵੀ ਕੀਤੇ। ਅੱਛਾ ਜੀ। ਹਾਂਜੀ, ਜਿਹੜੇ ਮੇਰੇ ਕੋਲ ਕੰਮ ਕਰਦੇ ਰਹੇ ਉਹਨਾਂ ਨੂੰ ਹਲਾ ਸ਼ਹਿਰੀ ਦੇ ਕੇ, ਕੋਲੋਂ ਗੱਡੀਆਂ ਲੈ ਕੇ ਦੇ ਕੇ ਵੀ ਜਾਓ ਤੁਸੀਂ ਹੁਣ ਕਰੋ, ਘਾਟਾ ਪੈ ਜਾਓ ਮੇਰੇ ਤੋਂ ਲੈ ਜੀ। ਉਹ ਇਸ ਵੇਲੇ ਬਹੁਤ ਵੱਡੇ ਠੇਕੇਦਾਰ, ਬਹੁਤ ਵੱਡੇ। ਤੇ ਜਿਹੜਾ ਫਿਰ ਇਹ ਆਯੁਰਵੇਦ ਵਾਲਾ ਕੰਮ ਆ, ਇਹ ਤੁਸੀਂ ਇਹ ਖਾਨਦਾਨੀ ਆ ਜੀ ਸਾਡਾ। ਅੱਛਾ, ਦੋਵੇਂ ਕੰਮ ਖਾਨਦਾਨੀ ਨੇ? ਹਾਂਜੀ, ਕੰਸਟਰਕਸ਼ਨ ਵਾਲਾ ਵੀ ਤੇ ਆਯੁਰਵੇਦ ਵਾਲਾ। ਇਹ ਕਿੰਨੀਆਂ, ਆਯੁਰਵੇਦ ਵਾਲਾ ਕੰਮ ਕਿੰਨੀਆਂ ਪੀੜ੍ਹੀਆਂ ਤੋਂ ਹੈ? ਇਹ ਮੈਨੂੰ ਜਿਹੜੀ ਯਾਦ ਆ ਮੇਰੇ ਪੜਦਾਦਾ ਜੀ ਤੋਂ। ਅੱਛਾ, ਮੈਂ ਦੇਖਿਆ ਉਹਨਾਂ ਨੂੰ, ਤੇ ਛੋਟਾ ਹੀ ਸੀ ਮੈਂ ਜਦੋਂ ਉਹਨਾਂ ਦੀ ਡੈਥ ਹੋ ਗਈ, 8 ਸਾਲ ਦਾ। ਤੇ ਇਹ ਮਤਲਬ ਇਹਦੀ ਕੋਈ ਡਾਕੂਮੈਂਟੇਸ਼ਨ ਕੀਤੀ ਹੈ ਜਾਂ ਮੌਖਿਕ ਰੂਪ ਦੇ ਵਿੱਚ? ਮੌਖਿਕ ਰੂਪ ਤੇ ਸੀਨਾ ਬਸੀਨਾ। ਹਾਂਜੀ, ਸੀਨਾ ਬਸੀਨਾ ਤੁਹਾਡੇ ਜੀ। ਜੋ ਆਉਂਦਾ ਸੀ ਪਹਿਲਾਂ ਅੱਖਰ ਗਿਆਨ ਘੱਟ ਹੁੰਦਾ ਸੀ, ਦਾਦਾ ਵੇਲੇ ਤਾਂ ਹੈ ਹੀ ਨਹੀਂ ਸੀ। ਬਾਪੂ ਜੀ ਹੋਣੀ ਵੀ ਥੋੜਾ ਬੜਾ ਇਹਨੇ ਲਗਾ ਮਾਤਰਾ ਲਾ ਕੇ ਹੀ ਲਿਖ ਸਕਦੇ ਸੀ। ਨਹੀਂ ਤਾਂ ਬਹੁਤ ਸਾਰਾ ਜਿਹੜਾ ਆਯੁਰਵੈਦਿਕ ਦਾ ਹੋਰ ਵੀ ਬਹੁਤ ਸਾਰਾ ਗਿਆਨ ਜਿਹੜਾ ਲੈ ਕੇ ਨਾਲ ਹੀ ਚਲੇਗਾ। ਤੁਹਾਨੂੰ ਇੱਕ ਕਿ ਫਰਕ ਦੇਖਦੇ ਹੋ ਕਿ ਆਯੁਰਵੈਦਿਕ ਦੀ ਇੱਕ ਤਾਂ ਰਸਮੀ ਪੜ੍ਹਾਈ ਆ, ਇੱਕ ਜਿਹੜੀ ਤੁਸੀਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਹੋ, ਇਹਨਾਂ ਦੋਹਾਂ 'ਚ ਕੋਈ ਫਰਕ ਹੈ? ਬਹੁਤ ਫਰਕ। ਉਹ ਦੱਸੋ। ਜਿਹੜੀ ਰਸਮੀ ਪੜ੍ਹਾਈ ਹੈ ਨਾ, ਕਿਤਾਬਾਂ ਦੇ ਜਾਂ ਆਯੁਰਵੇਦ ਪਾਸ ਕੀਤਾ ਹੈ, ਉਹਦੇ ਵਿੱਚ ਤਾਂ ਜਿਹੜਾ ਹਕੀਮ ਪਿੰਡੂ ਆ ਜਾਂ ਜਿਨ੍ਹਾਂ ਨੇ ਆਪਣੇ ਉੱਤੇ ਸਭ ਕੁਝ ਹੰਡਾਇਆ ਆ, ਜਿਨ੍ਹਾਂ ਨੇ
ਆਪ ਉਹ ਚੀਜ਼ਾਂ ਸਹੀ ਹੋਈਆਂ ਜਾਂ ਦੇਖੀ ਹੋਈਆਂ, ਇਹ ਫਰਕ ਆ। ਉਹਨਾਂ ਨੂੰ ਤਜਰਬਾ ਹੋਇਆ ਆ, ਜਿਹੜਾ ਗਿਆਨ ਇਹਨਾਂ ਨੇ ਕਿਤਾਬਾਂ ਤੋਂ ਪੈਦਾ ਕੀਤਾ, ਉਹਨਾਂ ਨੂੰ ਤਜਰਬਾ ਨਹੀਂ। ਤੇ ਹੁਣ ਤੁਹਾਨੂੰ ਨਹੀਂ ਲੱਗਦਾ ਹੈਗਾ ਇਸ ਗੱਲ ਦਾ ਕਿ ਜਿਵੇਂ ਸ਼ਾਇਦ ਤੁਹਾਡੇ ਦਾਦਾ ਜੀ ਨੂੰ ਜਿੰਨੀਆਂ ਚੀਜ਼ਾਂ ਜ਼ਿਆਦਾ ਆਉਂਦੀਆਂ ਹੁਣ ਤੁਹਾਡੇ ਤੱਕ ਨਹੀਂ ਪਹੁੰਚੀਆਂ ਹੈਗੀਆਂ? ਬਹੁਤ ਸਾਰੀਆਂ ਤੇ ਨਹੀਂ ਇਸ ਤਰੀਕੇ ਨਾਲ ਹੀ ਹੋਊਗਾ ਕਿ ਤੁਹਾਡੀ ਜਿਹੜੀ ਅਗਲੀ ਪੀੜ੍ਹੀ ਆ ਉਹਦੇ ਤੱਕ ਨਾ ਪਹੁੰਚਣ, ਜਾਂ ਉਹਦਾ ਇੰਟਰਸਟ ਰੁਚੀ ਨਾ ਹੋਵੇ? ਅਸੀਂ ਹੁਣ ਇਹਦਾ ਕਹਾਂ ਬਹੁਤ ਸਾਰਾ ਇਹਦੇ ਵਿੱਚ ਤਾਂ ਕਿਤਾਬਾਂ ਛਪ ਗਈਆਂ ਹੁਣ, ਪਹਿਲਾਂ ਤਾਂ ਹੁੰਦੀਆਂ ਨਹੀਂ ਸੀ। ਨਹੀਂ, ਜਿਹੜਾ ਤੁਹਾਡੇ ਖਾਨਦਾਨ ਕੋਲ, ਸਾਡੇ ਖਾਨਦਾਨ ਤੋਂ ਹੁਣ ਮੇਰੇ ਤੋਂ ਮੈਂ ਡਾਇਰੀ ਲਾਈ ਹੋਈ ਹੈ ਇੱਕ, ਉਹਦੇ ਵਿੱਚ ਜਿਹੜੇ ਨੁਸਖੇ ਕਾਰਗਰ ਆ ਕਿ ਨਹੀਂ, ਜਿਹੜੇ ਕੰਮ ਜ਼ਿਆਦਾ ਕਰਦੇ ਉਹ ਮੈਂ ਲਿਖੀ ਜਾਂ ਉਹ ਲਿਖੀ। ਇਹਦਾ ਮਤਲਬ ਤੁਸੀਂ ਇਸ ਸੰਭਾਲਣੇ ਸ਼ੁਰੂ ਕੀਤੇ। ਸੰਭਾਲਣੇ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਾਂ ਨੂੰ ਸੰਭਾਲੀਏ, ਕਿਉਂਕਿ ਜਿਹੜੀ ਐਕਸਪੀਰੀਅੰਸ ਚੋਂ ਨਿਕਲੀ ਹੋਈ ਗਿਆਨ ਹੁੰਦਾ ਬਹੁਤ ਮਹੱਤਵਪੂਰਨ ਹੁੰਦਾ ਜੀ। ਇੱਕ ਮੈਂ ਉੱਥੇ ਦੇਖਿਆ ਕਿ ਤੁਸੀਂ ਵੱਡੇ ਠੇਕੇ ਲੈਂਦੇ ਸੀ ਮਲਟੀ ਸਟੋਰੀ ਬਿਲਡਿੰਗਾਂ ਦੇ, 7-7 10-10 ਮੰਜ਼ਲੀਆਂ ਬਿਲਡਿੰਗਾਂ ਦੇ। ਉਧਰ ਕਾਫੀ ਕੰਫਰਟੇਬਲ ਹੋਣੇ, ਤੁਸੀਂ ਪੈਸੇ ਕਾਫੀ ਆਉਂਦੇ ਹੋਣੇ, ਫਿਰ ਇਹ ਕਿਉਂ ਸੋਚਿਆ ਕਿ ਵੀ ਮੈਂ ਇਹ ਆਯੁਰਵੈਦਿਕ ਦਾ ਦਵਾਈਆਂ ਦਾ ਕੰਮ? ਆਯੁਰਵੈਦਿਕ ਦਾ ਇਹਦਾ ਹੈ ਤਾਂ ਸੇਵਾ ਹੀ, ਸੇਵਾ ਭਾਵਨਾ ਨਾਲ। ਬਹੁਤ ਸਾਰੇ ਲੋਕ ਉੱਥੇ ਜਿਹੜੇ ਮਹਿੰਗੀਆਂ ਦਵਾਈਆਂ ਨਹੀਂ ਖਰੀਦ ਸਕਦੇ, ਜਿਹੜੇ ਡਾਕਟਰਾਂ ਦੇ ਫੀਸਾਂ ਨਹੀਂ ਭਰ ਸਕਦੇ, ਉਹਨਾਂ ਨੂੰ ਫਿਰ ਇਹ ਸਸਤਾ ਪੈਂਦਾ, ਸੌਖਾ ਰਹਿੰਦਾ। ਤੇ ਜਿਹੜੀ ਪਹਿਲਾਂ ਤਾਂ 12-13 ਸਾਲ ਫ੍ਰੀ ਇਲਾਜ, ਅਸੀਂ ਇੰਡੀਆ 'ਚ ਵੀ ਸਾਡੇ ਫਾਦਰ ਬਾਬਾ ਜੀ ਪੈਸੇ ਨਹੀਂ ਲੈਂਦੇ, ਫ੍ਰੀ ਇਲਾਜ ਕਰਦੇ। ਅੱਛਾ ਜੀ। ਤੇ ਜਿਹੜੀ ਫਿਰ ਉਸੇ ਵੀ ਫ੍ਰੀ 12 ਸਾਲ ਫ੍ਰੀ ਇਲਾਜ ਕੀਤਾ। ਅੱਛਾ ਜੀ। ਤੇ ਫਿਰ ਫਾਦਰ ਸਾਹਿਬ ਨਾਲ ਮੈਂ ਮਸ਼ਵਰਾ ਕੀਤਾ ਵੀ ਮੇਰੇ ਲਈ ਹੁਣ ਮੁਸ਼ਕਲ ਆ ਵੀ ਮਰੀਜ਼ ਜ਼ਿਆਦਾ ਆਉਣੇ ਲੱਗ ਪਏ, ਤੇ ਹੁਣ ਮੈਨੂੰ ਗੌਰਮੈਂਟ ਨੇ ਕਿਹਾ ਤੂੰ ਲਾਇਸੈਂਸ ਬਣਾ, ਇੱਕੋ ਹੀ ਲਾਇਸੈਂਸ 'ਤੇ ਸਾਰੇ ਕਾਰੋਬਾਰ ਨਹੀਂ ਕਰ ਸਕਦਾ। ਤੇ ਮੈਨੂੰ ਉਹ ਵੀ ਖਰਚਾ ਕਰਨਾ ਪਿਆ। ਤੇ ਫਿਰ ਉੱਥੇ ਵਾਜਬ ਫੀਸ, ਮਤਲਬ ਜੋ ਉਹਨਾਂ ਫਾਦਰ ਸਾਹਿਬ ਨੇ ਕਿਹਾ ਇਹਦਾ ਮੁਨਾਫਾ ਤੇਰੀ ਜੇਬ 'ਚ ਨਹੀਂ ਆਉਣਾ ਚਾਹੀਦਾ, ਜੋ ਲੱਗਦਾ ਲੈ ਲਾ। ਇਹ ਕਿਉਂ ਕਹਿੰਦੇ ਸੀ ਕਿ ਮੁਨਾਫਾ ਜੇਬ 'ਚ ਨਹੀਂ ਹੋਣਾ ਚਾਹੀਦਾ? ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ। ਤੇ ਫਿਰ ਜਿਹੜਾ ਮੈਡੀਸਨ ਤੇ ਜਿਹੜੀ ਦਵਾਈਆਂ ਨੇ ਉਹ ਇੱਧਰੋਂ ਜਾਂਦੀਆਂ ਨੇ ਜਾਂ ਉੱਥੇ ਹੀ ਮਿਲ ਜਾਂਦੀਆਂ ਨੇ? ਪਹਿਲਾਂ ਤਾਂ ਇੱਥੋਂ ਮੈਂ ਲੈ ਕੇ ਜਾਂਦਾ ਸੀ, ਹੁਣ ਉੱਥੇ ਏਜੰਟ ਹੈਗੇ ਆ ਬੜੇ ਬੜੇ, ਉਹਨਾਂ ਨੂੰ ਲਿਖਾ ਦੇ ਦੀਆਂ, ਉਹ ਫਿਰ ਲੈ ਕੇ ਜਾਂਦੇ। ਪਾਕਿਸਤਾਨ ਤੋਂ ਵੀ ਮੰਗਾ ਲੈਂਦੇ ਆ, ਇੱਥੋਂ ਵੀ। ਕੋਈ ਪਾਕਿਸਤਾਨ ਅਸੀਂ ਗਏ ਹੋਈਏ ਤਾਂ ਉੱਥੋਂ ਵੀ ਲੈ ਆਈ ਦੀ ਆਪ ਵੀ। ਅਸੀਂ ਐਕਚੁਅਲੀ ਹੈ ਕਿ ਨਹੀਂ, ਪਾਕਿਸਤਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਜਥਾ ਲੈ ਕੇ ਜਾਈਦਾ ਦਰਸ਼ਨਾਂ ਲਈ ਉੱਥੋਂ। ਅੱਛਾ ਜੀ। ਹਾਂਜੀ, ਇਹ ਹਰ ਸਾਲ? ਹਰ ਸਾਲ। ਹੁਣ 2 ਸਾਲ ਕਰੋਨਾ ਕਰਕੇ ਨਹੀਂ ਗਏ, ਐਸਕੀ ਵੀ ਸ਼ਾਇਦ ਹੁਣ 3 ਸਾਲ ਚੜ੍ਹ ਜਾਏ, ਇੱਥੇ ਵੀ ਨਾ ਜਾ ਹੋਵੇ। ਨਹੀਂ ਤਾਂ ਹਰ ਸਾਲ ਲੇਡੀ ਜੈਂਟਸ ਇਕੱਠੇ ਕਰਕੇ 14 ਦਿਨ ਦਾ ਟੂਰ। ਅੱਛਾ ਜੀ। ਤੇ ਜਦੋਂ ਹਿੰਦੁਸਤਾਨ ਤੋਂ ਕੋਈ ਬੰਦਾ ਪਾਕਿਸਤਾਨ ਜਾਂਦਾ ਉਹਦੇ ਤਾਂ ਨਹੀਂ, ਹਿੰਦੁਸਤਾਨ ਦਾ ਨਹੀਂ, ਅਸੀਂ ਦੁਬਈ ਤੋਂ ਜਾਂਦੇ। ਹਾਂਜੀ, ਉਹੀ ਮੈਂ ਪੁੱਛ ਰਿਹਾ ਕਿ ਜਦੋਂ ਇੱਥੋਂ ਕੋਈ ਜਾਂਦਾ ਉਹਦੇ ਤੇ ਬਹੁਤ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਤੁਸੀਂ ਇੱਥੇ ਨਹੀਂ ਜਾ ਸਕਦੇ, ਇੰਨੇ ਏਰੀਏ ਦੇ ਵਿੱਚ ਜਾ ਸਕਦੇ ਹੋ। ਜਦੋਂ ਜਿਹੜੇ ਦੁਬਈ ਦੇ ਵਸਨੀਕ ਨੇ ਉਹ ਦੁਬਈ ਤੋਂ ਪਾਕਿਸਤਾਨ ਜਾਂਦੇ ਆ, ਕੀ ਉਹਨਾਂ ਤੇ ਵੀ ਉਸ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਨੇ, ਜਾਂ ਉਹ ਜ਼ਿਆਦਾ ਖੁੱਲ ਕੇ ਆਲੇ ਦੁਆਲੇ? ਉਹ ਜ਼ਿਆਦਾ ਖੁੱਲ ਕੇ ਆਲੇ ਦੁਆਲੇ ਵਿਚਰ ਸਕਦੇ ਆ ਜੀ। ਤੁਸੀਂ ਸਾਨੂੰ ਤਾਂ ਹੁਣ ਉੱਥੇ ਗਲੀ ਦਾ ਪਤਾ, ਤਕਰੀਬਨ 20-22 ਸਾਲ ਹੋ ਗਏ ਉਹ ਜਥਾ ਲੈ ਕੇ ਜਾਂਦੇ ਹਨ। ਅੱਛਾ ਜੀ। ਤਕਰੀਬਨ ਤੁਸੀਂ ਕਿਵੇਂ ਦੇਖਦੇ ਹੋ ਕਿ ਉੱਥੇ ਪਾਕਿਸਤਾਨ ਦੇ ਪੰਜਾਬ 'ਚ ਪੰਜਾਬੀਅਤ ਕਿੰਨੀ ਕੁ ਬਚੀ ਹੋਈ ਹੈ? ਉਹਦੀ ਥੋੜੀ ਜਿਹੀ ਗੱਲ ਦੱਸੋ। ਬਹੁਤ ਪੰਜਾਬੀਅਤ, ਉਹਨਾਂ ਦਾ ਜਿਹੜਾ ਹੈ ਕਿ ਨਹੀਂ ਮੇਲ ਮਿਲਾਪ ਆ, ਜੋ ਅੱਜ ਤੋਂ 70-80 ਸਾਲ ਪਹਿਲਾਂ ਸੀ ਇੱਥੇ ਆਪਣੇ ਪੰਜਾਬ ਦਾ, ਉਹਨਾਂ ਦਾ ਅਜੇ ਵੀ ਹੋਈ। ਤੁਸੀਂ ਇਹ ਸਮਝਦੇ ਹੋ ਕਿ ਸਾਡੇ ਪੰਜਾਬ ਕੋਲ ਉਨੀਆਂ ਹੁਣ ਪੰਜਾਬੀਅਤ ਨਹੀਂ ਰਹੀ ਜਿੰਨੀ ਉਧਰ ਹੈ? ਇਹ ਮੰਨਣਯੋਗ ਹੈ। ਆਪਣੇ ਕੋਲੋਂ ਕਿਉਂ ਚਲੀ ਗਈ ਤੇ ਉਹਨਾਂ ਕੋਲ ਕਿਉਂ ਬਚੀ ਹੈ? ਇਹਦੇ ਬਾਰੇ ਸਾਡੇ ਪੱਛਮੀ ਪ੍ਰਭਾਵ ਬਹੁਤ ਪੈ ਗਿਆ। ਉਹਨਾਂ ਤੇ ਘੱਟ ਹੈ ਹੀ ਨਹੀਂ, ਘੱਟ ਕੇ ਹੈ ਹੀ ਨਹੀਂ। ਕਹਿੰਦੇ ਸਭ ਇਹਦਾ ਕੀ ਕਾਰਨ ਫਿਰ ਵੀ ਉਹਨਾਂ ਤੇ ਘੱਟ ਆ? ਇਹ ਟੈਲੀਵਿਜ਼ਨ ਤਾਂ ਉਹਨਾਂ ਦੇ ਵੀ ਘਰੇ ਹੈਗੇ। ਮਾਈਗ੍ਰੇਸ਼ਨ ਤਾਂ ਉੱਥੋਂ ਵੀ ਬਹੁਤ ਹੋਈ ਹੈ, ਇਹੀ ਤਾਂ ਮਸਲਾ ਨਾ। ਯੂਰਪ ਦੇ ਵਿੱਚ ਅਰਬ ਦੇਸ਼ਾਂ ਵੱਲ ਨੂੰ ਉਹ ਵੀ ਜਾਂਦੇ ਆ, ਹੁੰਦੇ ਆ। ਫਿਰ ਇਹ ਗੱਲ ਸਮਝ ਤੋਂ ਬਾਹਰ ਆ, ਕਿਉਂਕਿ ਇਹਨਾਂ ਦੇ ਭਗਾਲੀ ਸਾਹਿਬ ਦੇ ਦੱਸਣ ਉਹ ਜਿਹੜੇ ਆਪਣੇ ਮਜ਼ਹਬ ਨਾਲ ਜੁੜੇ ਹੋਏ ਆ ਨਾ, ਉਹਨੂੰ ਨਹੀਂ ਛੱਡ ਰਹੇ। ਮਜ਼ਹਬ ਨਾਲ ਤਾਂ ਆਪਾਂ ਵੀ ਜੁੜੇ ਹੋਏ ਆ। ਆਪਾਂ ਉਹਨੇ ਨਹੀਂ ਜੁੜੇ ਜਿੰਨੇ ਉਹ ਮਤਲਬ ਆਪਣੇ ਮਜ਼ਹਬ ਨਾਲ, ਇਸਲਾਮ ਨਾਲ ਜੁੜੇ। ਉਹ ਇੰਨੀ ਕਿਉਂ ਖਿੱਚ ਉਹਨਾਂ ਦੇ ਵਿੱਚ ਹੈਗੀ ਆ ਇੱਥੋਂ ਦੇ ਪੰਜਾਬੀਆਂ ਬਾਰੇ, ਹੱਥਾਂ ਤੇ ਚੁੱਕ ਲੈਂਦੇ ਆ। ਬਹੁਤ
ਮਹਿਮਾਨ ਨਵਾਜ਼ੀ ਉਹਨਾਂ ਤੋਂ ਸਿੱਖੇ ਕੋਈ। ਅੱਛਾ ਜੀ, ਬਸ। ਕਿਸ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਕਰਦੇ ਆ? ਤੇ ਇੱਥੋਂ ਦਿਲੋਂ ਆਪਾਂ ਜੀ ਸਤਿ ਸ਼੍ਰੀ ਅਕਾਲ, ਠੀਕ ਹੈ ਜੀ, ਆਓ ਜੀ, ਉਹ ਫਿਰ ਪੂਰਾ ਖੁੱਭ ਜਾਂਦੇ ਬੰਦੇ ਦੇ। ਤੁਹਾਡਾ ਕੋਈ ਦੋਸਤ ਹੈਗਾ ਉੱਥੇ? ਬਹੁਤ ਅੱਧਾ ਪਾਕਿਸਤਾਨ ਤੇ ਮੈਂ ਤਾਂ ਉਹ ਕਈ ਵਾਰੀ ਕਹਿੰਦੇ ਹੁੰਦੇ ਤੂੰ ਇਸੇ ਪ੍ਰਾਈਮ ਮਿਨਿਸਟਰ ਖੜ੍ਹਦੇ ਤੈਨੂੰ ਵੋਟਾਂ ਨਾਲ ਹੀ ਦੱਸ ਦੇਣਾ ਨਹੀਂ, ਕਿਉਂਕਿ ਮਰੀਜ਼ ਬਹੁਤ ਹੈ ਮੇਰੇ ਕੋਲ ਉੱਥੇ ਦੇ ਪਾਕਿਸਤਾਨ ਦੇ। ਹਾਲਾਂਕਿ ਮੈਂ ਜਦੋਂ ਪਾਕਿਸਤਾਨ ਜਾਂਦਾ ਕਿਸੇ ਦਾ ਇਲਾਜ ਨਹੀਂ ਕਰਦਾ, ਉਹ ਸਿਰਫ ਜ਼ਿਆਰਤ ਹੀ ਹੈ। ਦੁਬਈ 'ਚ ਬਹੁਤ ਮਰੀਜ਼। ਅੱਛਾ, ਕਿਸੇ ਪਾਕਿਸਤਾਨ ਦੇ ਇੱਕ ਦੋ ਦੋਸਤਾਂ ਦੇ ਨਾਮ ਦੱਸੋ ਜਿਹੜੇ ਮਤਲਬ ਜਿਨ੍ਹਾਂ ਨਾਲ ਜਿਹੜਿਆਂ ਨੂੰ ਮਿਲਣਾ ਹੀ ਮਿਲਣਾ ਤੁਸੀਂ ਜਾ ਕੇ। ਤੇ ਉਹ ਇੱਥੋਂ ਵੀ ਨਾਲ ਜਾਂਦੇ, ਕਈ ਦੁਬਈ ਤੋਂ ਵੀ ਨਾਲ ਜਾਂਦੇ। ਅੱਛਾ, ਨਹੀਂ ਜਿਹੜੇ ਉੱਥੇ ਰਹਿੰਦੇ, ਜਿਹੜੇ ਇੱਥੋਂ ਹੋ ਕੇ ਗਏ ਨਹੀਂ ਜਿਹੜੇ ਪਾਕਿਸਤਾਨ ਦੇ ਪੰਜਾਬ 'ਚ ਰਹਿੰਦੇ ਨੇ? ਨਹੀਂ, ਉਹ ਵੀ ਦੁਬਈਓਂ ਗਏ। ਅੱਛਾ, ਦੁਬਈ ਵੀ ਗਏ। ਹਾਂਜੀ। ਹੋਰ ਕੋਈ ਮੇਰਾ ਉਦੋਂ ਮੈਂ ਜਦੋਂ ਪਾਕਿਸਤਾਨ ਤੋਂ ਵਾਪਸ ਆਇਆ ਸੀ, ਮੈਂ 5-6 ਮਹੀਨੇ ਦਾ ਸੀ। ਯਾਨੀ ਤੁਹਾਡੇ ਪਾਕਿਸਤਾਨੀ ਉਹੀ ਮਿੱਤਰ ਆ ਜਿਹੜੇ ਦੁਬਈਓਂ ਗਏ। ਅੱਛਾ, ਹੁਣ ਇੱਕ ਇਹ ਗੱਲ ਦੱਸੋ ਵੀ ਉੱਥੇ ਲੋਕ ਜਿੰਨੇ ਗਏ ਹੋਏ ਆ ਪੰਜਾਬੀ, ਉਹ ਲੇਬਰ ਕਿੰਨੀ ਕੁ ਕਰਦੇ ਆ ਤੇ ਆਪਣੇ ਕਾਰੋਬਾਰ ਕਿੰਨੇ ਕੁ ਲੋਕ ਆਉਂਦੇ ਆ? ਤਕਰੀਬਨ 30% ਜਿਹੜੇ ਆ ਉਹ ਆਪਣੇ ਕਾਰੋਬਾਰ ਵਾਲੇ ਆ, ਬਾਕੀ ਜਿਹੜੇ 75-80% ਜਿਹੜੇ ਉਹ ਲੇਬਰ। ਉਹਨਾਂ ਦਾ ਗੁਜ਼ਾਰਾ ਉੱਦਾਂ ਦਾ ਹੀ ਹੈ ਜਿੱਦਾਂ ਤੁਹਾਡਾ ਸੀ ਜਾਂਦਿਆਂ ਦਾ, ਕਿ ਬੜੇ ਨਹੀਂ? ਅੱਛਾ, ਹੁਣ ਤਾਂ ਬਹੁਤ ਸੋਹਣਾ ਸੁਧਾਰ ਹੋਇਆ ਹੈ, ਬਹੁਤ ਅੱਛਾ ਗੁਜ਼ਾਰਾ ਹੁਣ ਤਾਂ। ਅੱਛਾ, ਇਹ ਦੱਸੋ ਕਿ ਤੁਸੀਂ ਆਪਾਂ ਹਮੇਸ਼ਾ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਸਾਡੇ ਬਾਹਰ ਗਏ ਉਹਨਾਂ ਦਾ ਪਿੰਡਾਂ ਨਾਲ ਕਿਸ ਤਰ੍ਹਾਂ ਦਾ ਨਾਤਾ ਸੀ, ਫਿਰ ਉਹ ਤੁਹਾਡੇ ਪਿੰਡ ਨਾਲ ਕਿਸ ਤਰ੍ਹਾਂ ਦਾ ਨਾਤਾ ਰਿਹਾ? ਤੁਸੀਂ ਪਿੰਡ ਦੇ ਵਿਕਾਸ ਦੇ ਵਿੱਚ ਕਿਸ ਕਿਸਮ ਦਾ ਯੋਗਦਾਨ ਪਾਇਆ? ਪਿੰਡ ਦੇ ਹਰ ਪਹਿਲੂ ਤੇ ਸਪੋਰਟਸ ਲਈ, ਸਕੂਲ ਲਈ, ਅੱਛਾ ਜੀ, ਧਰਮਸ਼ਾਲਾਵਾਂ ਲਈ, ਗੁਰੂ ਘਰ ਲਈ, ਪਿੰਡ ਦੇ ਰਸਤੇ ਬਣਾਉਣ ਲਈ ਕਾਫੀ ਯੋਗਦਾਨ ਦਿੱਤਾ, ਲੱਖਾਂ ਦੇ ਹਿਸਾਬ ਨਾਲ। ਅੱਛਾ, ਤੇ ਇਸ ਤੋਂ ਬਿਨਾਂ ਮਤਲਬ ਤੁਸੀਂ ਇਸ ਪਾਸੇ ਵੀ ਕੋਈ ਕਿ ਤੁਸੀਂ ਆਪ ਗਏ ਤੇ ਪਿੱਛੋਂ ਪਿੰਡ ਦੇ ਹੋਰ ਲੋਕਾਂ ਨੂੰ ਵੀ? ਤਕਰੀਬਨ ਪਿੰਡ ਦਾ ਕੋਈ ਘਰ ਐਸਾ ਨਹੀਂ ਜਿਸ ਚੋਂ ਮੈਂ ਇੱਕ ਬੰਦਾ ਜਾਂ ਦੋ ਬੰਦੇ ਨਹੀਂ ਲੈ ਕੇ, ਫ੍ਰੀ ਆਫ ਕਾਸਟ। ਇਹਦੇ ਨਾਲ ਪਿੰਡ ਫਿਰ ਖੁਸ਼ਹਾਲ ਹੋਇਆ ਹੋਊਗਾ। ਕੱਚੇ ਘਰ ਹੁੰਦੇ ਸੀ, ਇਸ ਵੇਲੇ ਕੱਚਾ ਦੇਖਣ ਨੂੰ ਨਹੀਂ ਕਿਸੇ ਦੇ। ਤੁਸੀਂ ਜਾਣੀ ਜਿਨ੍ਹਾਂ ਨੂੰ ਲੈ ਕੇ ਗਏ ਆ ਉਹਨਾਂ ਕੋਲੋਂ ਪੈਸੇ ਨਹੀਂ ਲਏ? ਬਾਅਦ 'ਚ ਉੱਥੇ ਉਹ ਵੀ ਜਿਹੜਾ ਉਹਨਾਂ ਨੇ ਕਿਰਾਇਆ ਲਾ ਕੇ ਗਏ, ਜਿਹੜਾ ਮੇਰਾ ਲੱਗਾ ਸੀ ਉਹ ਨਹੀਂ, ਬਾਕੀ ਕਮਾਈ ਵਾਲਾ ਸਾਧਨ ਨਹੀਂ। ਕਿਰਾਇਆ ਵੀ ਨਹੀਂ ਲਾਉਣਾ ਪਿਆ ਉਹਨਾਂ ਨੂੰ? ਨਹੀਂ। ਤੁਸੀਂ ਆਪਣੀ ਧਰਤੀ ਤੋਂ ਉਹਨੇ ਦੂਰ ਤਾਂ ਨਹੀਂ, ਪਰ ਫਿਰ ਵੀ ਦੂਰ ਰਹੇ। ਇੰਨਾ ਦੂਰ ਤਾਂ ਨਹੀਂ ਰਹੇ, ਫਿਰ ਵੀ ਥੋੜੇ ਜਿਹਾ ਦੂਰ ਰਹੇ। 10 ਦਿਨ ਉਧਰ, ਮਹੀਨਾ ਇੱਧਰ। ਇਹ ਤਾਂ ਹੁਣ ਦੀਆਂ ਗੱਲਾਂ, ਇਹ ਤਾਂ ਹੁਣ ਦੀਆਂ ਗੱਲਾਂ ਨਹੀਂ। ਉਹ ਵੀ ਤਾਂ ਤਕਰੀਬਨ 4 ਸਾਲ ਪਹਿਲੇ ਜਿਹੜੇ ਰਿਹਾ ਉਹ ਦੂਰ ਰਿਹਾ। ਬਾਕੀ ਤਾਂ ਪਰ ਮੈਂ ਫਿਰ ਵੀ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਕਿ ਇੱਕ ਬੰਦਾ ਉਸ ਧਰਤੀ ਤੇ ਜਿਉਂਦਾ ਹੋਵੇ ਜਿੱਥੇ ਜੰਮਿਆ ਪਲਿਆ ਵੱਡਿਆ, ਜਿੱਥੇ ਉਹਦਾ ਸਾਰਾ ਕੁਝ, ਆਪਦੀ ਭਾਸ਼ਾ, ਇੱਕ ਦੂਸਰੇ ਮੁਲਕ 'ਚ ਰਹਿੰਦਾ, ਆਪਦੇ ਧਰਤੀ ਤੇ ਰਹਿੰਦੇ ਬੰਦੇ ਕੋਲ ਕਿਹੜੀ ਤਾਕਤ ਹੁੰਦੀ ਆ ਜਿਹੜੀ ਦੂਜੀ ਧਰਤੀ ਤੇ ਰਹਿੰਦੇ ਬਿਲਕੁਲ ਨਹੀਂ ਰਹਿੰਦੀ? ਇੱਕ ਤਾਂ ਲੈਂਗੁਏਜ, ਭਾਸ਼ਾ ਦੀ ਹੈ। ਇੱਕ ਤਾਂ ਭਾਸ਼ਾ ਹੋ ਗਈ, ਭਾਸ਼ਾ ਦੀ। ਦੂਸਰਾ ਇਹ ਹੈ ਕਿ ਉਹਦੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਜਿਹੜਾ ਘੁਲਣ ਮਿਲਣ ਨੂੰ ਟਾਈਮ ਲੱਗਦਾ। ਇੱਥੇ ਅਸੀਂ ਬਚਪਨ ਤੋਂ ਹੀ ਇੱਕ ਦੂਸਰੇ ਦਾ ਜਾਣੂ ਪਛਾਣੂ ਹੁੰਦੇ ਆ, ਕਿਉਂਕਿ ਇੱਕ ਆਪਾਂ ਤਾਂ ਇਹ ਵੀ ਕਹਿੰਦੇ ਹੁੰਦੇ ਆ ਕਿ ਬੰਦਾ ਚੰਡੀਗੜ੍ਹ ਜਾ ਕੇ ਪਰਾਇਆ ਮਹਿਸੂਸ ਕਰਨ ਲੱਗ ਜਾਂਦਾ, ਥੋੜਾ ਚਿਰ ਤਾਂ ਕਰਦਾ ਹਰੇਕ ਦਾ। ਤਾਂ ਜਿਹੜਾ ਆਪਣਾ ਪਾਣਾ ਜਿਹੜਾ ਆਪਣੀ ਧਰਤੀ ਤੇ ਹੁੰਦਾ ਉਹ ਸ਼ਾਇਦ ਉੱਥੇ ਘੱਟ ਹੁੰਦਾ। ਚਲੋ, ਇੱਕ ਤੁਹਾਡਾ ਜ਼ਿੰਦਗੀ ਦਾ ਹੋਰ ਤੁਸੀਂ ਐਡਵੈਂਚਰ ਹੀ ਕਹੂੰਗਾ ਮੈਂ ਤਾਂ, ਇਹ ਜਿਹੜਾ ਤੁਸੀਂ ਐਨੀਮੇਸ਼ਨ ਫੀਚਰ ਫਿਲਮਾਂ ਬਣਾਉਣਾ ਸ਼ੁਰੂ ਕੀ, ਇਹ ਇੱਧਰ ਕਿੱਧਰ ਆ ਗਏ? ਮਤਲਬ ਤੁਸੀਂ ਕੰਸਟਰਕਸ਼ਨ ਚਾਨਾ ਜੀ ਨਹੀਂ ਉਤਸ਼ਾਹ ਕੀਤਾ ਤੇ ਮੈਂ ਕਿਹਾ ਪੂਰਾ ਪ੍ਰਸੰਗ ਦੱਸੋ, ਇਹ ਤੁਸੀਂ ਸੰਖੇਪ ਚ ਨਾ ਦੱਸੋ, ਹੋਇਆ ਕੀ? ਮਤਲਬ ਕਿੱਥੇ ਬੈਠੇ ਸੀ ਉਦੋਂ ਜਦੋਂ ਇਹ ਮਤਲਬ ਫਿਲਮਾਂ ਵਾਲੀ ਗੱਲ ਆ ਗਈ? ਕਿਉਂਕਿ ਫਿਲਮਾਂ ਵਾਲੀ ਗੱਲ, ਚਾਨਾ ਜੀ ਦੇ ਹੀ ਘਰ ਬੈਠੇ ਸੀ ਜਿਹੜੇ ਇਹ ਕਿਹਾ ਚਾਨਾ ਜੀ ਆਪਣੇ ਜਿਹੜੇ ਹੀਰੋ, ਜਿਹੜੇ ਅਸਲੀ ਯੋਧੇ ਆ, ਉਹ ਵਗਾਂ ਬੱਚਿਆਂ ਨੂੰ ਪਤਾ ਨਹੀਂ ਲੱਗਣਾ ਕੀ ਆ, ਇਹ ਲੋ ਭਜਨ। ਕਿਤਾਬਾਂ ਹੁਣ ਪੜ੍ਹਨ ਦੀ ਰੁਚੀ ਵੀ ਘੱਟ ਹੈ, ਬਹੁਤ ਘੱਟ ਗਈਆਂ। ਹਾਂਜੀ, ਤੇ ਵੀ ਆਪਾਂ ਕੋਈ ਫਿਲਮ ਬਣਾਈਏ ਤੇ ਪਹਿਲਾਂ ਤਿਆਰੀ ਹੋਈ ਸੀ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਤੇ ਬਣਾਉਣ। ਫਿਰ ਇਹਨਾਂ ਦਾ ਸੁਝਾਅ ਆਇਆ ਵੀ ਆਪਾਂ ਜੇ
ਪਹਿਲਾ ਹੀ ਜਿਹੜਾ ਕ੍ਰਾਂਤੀਕਾਰੀ ਕਿਸਾਨੀ ਮੋਰਚੇ ਤੋਂ ਬਾਅਦ 'ਚ ਚੱਲਿਆ ਨਾ, ਇਹ ਕ੍ਰਾਂਤੀਕਾਰੀ ਜਿਹੜੀ ਲਿਆਂਦੀ ਹੈ ਇਹਦੇ ਜ਼ਮੀਨਾਂ ਦੀ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆਂਦੀ ਹੈ, ਵੀ ਉਹ 'ਤੇ ਬਣਾਈ। ਅਤੇ ਮੈਂ ਕਿਹਾ ਲਿਖੋ ਕਹਾਣੀ, ਫਿਰ ਇਹਨਾਂ ਨੇ ਲਿਖੀ, ਡਾਇਲੌਗ ਇਹਨਾਂ ਨੇ ਲਿਖੇ। ਤੇ ਕਿਉਂਕਿ ਉਸੇ ਫਿਲਮ ਨੂੰ ਐਨੀਮੇਸ਼ਨ 18 ਦਾ 2018 ਦਾ ਬੈਸਟ ਐਨੀਮੇਸ਼ਨ ਫਿਲਮ ਦਾ ਅਵਾਰਡ ਮਿਲਿਆ ਸੀ। ਤੇ ਫਿਰ ਚਾਨਾ ਸਾਹਿਬ ਇਹ ਤਾਂ ਮਤਲਬ ਖਾਸਾ ਟੈਕਨੀਕਲ ਕੰਮ ਆ ਨਾ, ਰਾਈਟ ਫਿਲਮ ਲਿਖ ਤਾਂ ਦਿੱਤੀ ਤੁਸੀਂ, ਐਨੀਮੇਟਰ ਲੱਭਣੇ, ਡਾਇਰੈਕਟਰ ਲੱਭਣਾ, ਫਿਰ ਉਹਦੀ ਰਿਲੀਜ਼ ਹੋਣੀ, ਡਿਸਟ੍ਰੀਬਿਊਟਰ ਲੱਭਣੇ, ਇਹ ਮਤਲਬ ਫਿਰ ਤੁਸੀਂ ਬੰਦੇ ਤੁਹਾਨੂੰ ਮਿਲੇ ਕਿਵੇਂ? ਮਤਲਬ ਤੁਸੀਂ ਤਾਂ ਇਸ ਲਾਈਨ ਦੇ ਬੰਦੇ ਨਹੀਂ ਸੀ। ਜਿਵੇਂ ਦੂਰਦਰਸ਼ਨ ਦੇ ਉੱਤੇ ਕਾਫੀ ਲੰਬੇ ਸੀਰੀਅਲ ਕਰਨ ਦਾ ਮੌਕਾ ਮਿਲਿਆ ਮੈਨੂੰ। ਓਕੇ। ਸਾਰੇ ਰਿਸਰਚ ਬੇਸਡ ਸੀਗੇ। ਪਹਿਲਾ ਲੰਬਾ ਸੀਰੀਅਲ ਸੂਫੀਜ਼ਮ ਤੇ ਸੀ, ਤੇ ਪੰਜਾਬ ਦੇ ਕਿੱਸਿਆਂ ਬਾਰੇ ਸੀ। ਤੁਸੀਂ ਉਸ ਲਾਈਨ ਨਾਲ ਵਾਸਤਾ ਸੀ। ਉਸ ਤੋਂ ਬਾਅਦ ਫੀਚਰ ਫਿਲਮਾਂ ਦੀਆਂ ਮੈਂ ਕੁਝ ਸਟੋਰੀਜ਼, ਕੁਝ ਡਾਇਲੌਗ ਉਹ ਵੀ ਲਿਖੇ ਸੀ। ਫੀਚਰ ਫਿਲਮਾਂ ਬਣੀਆਂ ਔਰ ਚੱਲੀਆਂ। ਉਹ ਸਿਰਫ ਦੂਸਰਾ ਫਾਰਮੈਟ ਦੂਸਰਾ ਸੀਗਾ ਐਨੀਮੇਸ਼ਨ ਦਾ। ਅਸਲੀ ਗੱਲ ਹੁਣ ਇਹ ਸੀ ਕਿ ਇਹਨਾਂ ਦੇ ਬੇਟੇ ਨੂੰ ਵੀ ਇਹ ਸੀ ਕਿ ਟ੍ਰੈਡੀਸ਼ਨਲ ਕੰਮ ਚੋਂ ਬਾਹਰ ਨਿਕਲ ਕੇ ਕੋਈ ਹੋਰ ਜਾਣੀ ਰੁਚੀ ਇਹ ਸੀ ਕਿ ਉਹ ਵੀ ਚਾਹੁੰਦਾ ਸੀਗਾ ਕਿ ਫਿਲਮਾਂ ਦੇ ਫੀਲਡ ਵਿੱਚ ਜਾਈਏ। ਜਿਹੜਾ ਮੇਰਾ ਬੇਟਾ ਹੈ ਉਹਨੇ ਐਨੀਮੇਸ਼ਨ ਦਾ 3 ਸਾਲ ਦਾ ਨਿਊਜ਼ੀਲੈਂਡ ਤੋਂ ਕੀਤਾ ਹੋਇਆ ਸੀ, ਅਤੇ CU ਦੇ ਵਿੱਚ ਉਹ 5 ਸਾਲ ਪ੍ਰੋਫੈਸਰੀ ਵੀ ਕਰ ਲਈ ਸੀ। ਫਿਰ ਉੱਥੋਂ ਛੱਡ ਕੇ ਉਹਨਾਂ ਨੇ ਇਹ ਪ੍ਰੋਜੈਕਟ ਲਾਉਣ ਦਾ ਫੈਸਲਾ ਕੀਤਾ। ਪੈਸੇ ਕਿਉਂਕਿ ਬੁੜਿਆਂ ਨੇ ਦੇਣੇ ਸੀ, ਇਸ ਕਰਕੇ ਸ਼ਰਤ ਇਹ ਲਾਈ ਗਈ ਵੀ ਜੇ ਤਾਂ ਸਾਡੇ ਹੀਰੋਜ਼ ਆ ਜਿਹੜੇ ਉਹਨਾਂ ਤੇ ਫਿਲਮਾਂ ਬਣਾਉਣੀਆਂ ਤਾਂ ਪੈਸੇ ਲਾਉ, ਨਹੀਂ ਕੋਈ ਤਮਾਸ਼ਾ ਕਰਨ ਦੇ ਲਈ ਪੈਸਾ ਨਹੀਂ ਲਾਉ। ਇਸ ਤਰ੍ਹਾਂ ਫਿਰ ਉਹ ਕਾਫੀ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਬਲਕਿ ਇਹ ਕਹਿ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਹੜੇ, ਉਹ ਪਹਿਲੇ ਐਸੇ ਰੈਵੋਲੂਸ਼ਨਰੀ ਨੇ ਜਿਨ੍ਹਾਂ ਨੇ ਤਾਕਤ ਹਥਿਆ ਕੇ ਜ਼ਮੀਨਾਂ ਵੰਡੀ, ਇੱਕ ਸਿਸਟਮ ਜਾਣੀ ਵਿਵਸਥਾ ਚੇਂਜ ਕੀਤੀ ਸੀ। ਰਾਜ ਨਹੀਂ ਖੋਇਆ, ਵਿਵਸਥਾ ਚੇਂਜ ਕੀਤੀ ਹੈ ਰਾਜ ਲੈ ਲੈਣ ਤੋਂ ਬਾਅਦ। ਇਹੋ ਜਿਹਾ ਕੰਮ ਸ਼ਾਇਦ ਇਹ ਪਹਿਲੀ ਵਾਰੀ ਧਰਤੀ 'ਤੇ, ਕਿਸਾਨ ਮੂਵਮੈਂਟਾਂ ਬਹੁਤ ਚੱਲੀਆਂ, ਲੇਕਿਨ ਕਿਸਾਨ ਮੂਵਮੈਂਟ ਜਿਹੜੀ ਸਫਲਤਾ ਨੂੰ ਪਹੁੰਚੀ ਅਤੇ ਸੁਸਾਇਟੀ ਦਾ ਕਰੈਕਟਰ ਚੇਂਜ ਕਰਨ ਵੱਲ ਨੂੰ ਜਿਹੜੀ ਲੈ ਕੇ ਜਾਣ ਵਾਲੀ ਸੀਗੀ, ਉਹ ਇਹ ਪੰਜਾਬ ਦੇ ਵਿੱਚ ਹੋਇਆ। ਇਹ ਦੁਨੀਆ ਨੂੰ ਨਹੀਂ ਪਤਾ, ਔਰ ਇਸ ਕਰਕੇ ਉਹਦੇ 'ਤੇ ਫਿਲਮ ਬਣਾਈ ਜਾਏ। ਫਿਰ ਉਹ 'ਤੇ ਰਿਸਰਚ ਕੀਤੀ ਗਈ, ਜਿਵੇਂ ਉਹ ਕਿਤਾਬ ਦਾ ਵੀ ਹੈਗਾ ਕਿ ਬਹੁਤਾ ਕੰਮ ਉਹਦੇ 'ਤੇ ਹੀ। ਇਸ ਕਰਕੇ ਉਹ ਤਾਂ ਸੀ ਵੀ ਉਹ ਫਿਰ ਉਹਦੀ ਸਟੋਰੀ ਮੈਂ ਲਿਖੀ। ਫਿਰ ਉਹ ਤੋਂ ਬਾਅਦ ਇਹ ਸੀਗਾ ਕਿ ਦੂਸਰੀ ਫਿਲਮ ਦੇ ਬਾਰੇ ਕਾਫੀ ਡਿਸਕਸ਼ਨ ਤੋਂ ਬਾਅਦ ਹਰੀ ਸਿੰਘ ਨਲੂਆ ਦਾ ਵੀ ਨਾਂ ਸੀਗਾ ਕਿ ਵੀ ਉਹਨਾਂ 'ਤੇ ਬਣਾਈ ਜਾਏ। ਫਿਰ ਇਹ ਕਿ ਵੀ ਨਹੀਂ ਥੋੜ੍ਹਾ ਜਿਹਾ ਹੋਰ ਬਾਹਰ ਫਿਰ ਡਾਕਟਰ ਭੀਮ ਰਾਓ ਅੰਬੇਡਕਰ ਦੇ ਉੱਤੇ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ, ਹੈ ਨਾ, ਜਿਨ੍ਹਾਂ ਦਾ ਇੰਟਰਨੈਸ਼ਨਲ ਹਿਸਾਬ ਹੀ ਹੈ। ਉਹਨਾਂ ਦਾ ਮਤਲਬ ਤਕਰੀਬਨ 50 ਯੂਨੀਵਰਸਿਟੀਆਂ ਹੋਣੀਆਂ ਦੁਨੀਆ ਦੇ ਜਿੱਥੇ ਉਹਨਾਂ ਦੇ ਬੁੱਤ ਲੱਗੇ। ਉਹ ਇੰਟਲੈਕਟ ਲੈਵਲ ਦਾ ਵੀ ਸਟਰਗਲ ਨੂੰ ਵੀ ਲੈ ਕੇ ਉਹ ਹੁਣ ਬਣ ਕੇ ਤਿਆਰ ਹੋ ਗਈ ਆ। ਉਹ ਸੈਂਸਰ ਬੋਰਡ ਨੇ ਪਾਸ ਵੀ ਕਰ ਦਿੱਤੀ ਹੈ। ਉਹਨਾਂ ਨੂੰ ਤੁਸੀਂ ਫਿਲਮ ਨੂੰ ਸਿਨੇਮਾ 'ਚ ਰਿਲੀਜ਼ ਕਰਨ ਜਾ ਰਹੇ ਹੋ? ਸਿਨੇਮਾ ਪਹਿਲੀ ਵੀ ਵਰਲਡ ਵਾਈਡ ਹੀ ਰਿਲੀਜ਼ ਹੋਈ ਸੀ। ਓਕੇ। ਇਹ ਵੀ ਵਰਲਡ ਵਾਈਡ ਹੀ ਰਿਲੀਜ਼ ਹੋਣੀ ਹੈ। ਜਿਹੜੀ ਪਹਿਲੀ ਫਿਲਮ ਆ ਗੁਰੂ ਕਾ ਬੰਦਾ, ਉਹ ਕਿਸੇ ਡਿਜੀਟਲ ਪਲੇਟਫਾਰਮ 'ਤੇ ਹੁਣ ਅਵੇਲੇਬਲ ਆ? ਹਾਂ, ਉਹ ਮੈਂ ਪਈ ਹੈ ਨੈੱਟ ਦੇ ਉੱਤੇ, ਤੁਸੀਂ ਦੇਖ ਸਕਦੇ ਹੋ, ਜਿਹੜਾ ਮਰਜ਼ੀ ਦੇਖ ਸਕਦਾ। ਲੇਕਿਨ ਸਾਨੂੰ ਖੁਸ਼ੀ ਇਹ ਹੁੰਦੀ ਆ ਕਿ ਜਦੋਂ ਵੀ ਕੋਈ ਸ਼ਹੀਦੀ ਦਿਵਸ ਜਾਂ ਇਹਦਾ ਆਉਂਦਾ, ਉਦੋਂ ਕਿਸੇ ਨਾ ਕਿਸੇ ਚੈਨਲ 'ਤੇ ਚੱਲ ਰਹੀ ਹੁੰਦੀ ਹੈ। ਸਾਨੂੰ ਹਰ ਮਹੀਨੇ 'ਚ ਫੋਨ ਹੀ ਆਉਂਦਾ ਹੈ ਕਿ ਆਪਣੀ ਫਿਲਮ ਚੱਲ ਰਹੀ ਹੈ ਨਾ। ਮਹੀਨੇ 'ਚ ਇੱਕ ਅੱਧੀ ਵਾਰੀ ਉਹ ਚੱਲਦੀ ਰਹਿੰਦੀ ਹੈ ਜਦੋਂ ਦੀ ਲੱਥੀ ਹੈ। ਇਸੇ ਕਰਕੇ ਉਹ ਜਦੋਂ ਵੀ ਦੇਖਣੀ ਹੋਵੇ ਤਾਂ ਉਹ ਨੈੱਟ 'ਤੇ ਦੇਖੀ ਜਾ ਸਕਦੀ। ਗੁਰੂ ਦਾ ਬੰਦਾ YouTube 'ਤੇ ਪਈ ਹੋਈ? ਹਾਂ, YouTube 'ਤੇ ਪਈ ਹੈ ਜੀ। ਪਗਾੜੀਆ ਸਾਹਿਬ, ਇਹ ਦੱਸੋ ਕਿ ਆਪਣੇ ਬੱਚਿਆਂ ਬਾਰੇ ਸਾਨੂੰ ਕੁਝ ਦੱਸੋ। ਕੀ ਤੁਸੀਂ ਆਮ ਤੌਰ 'ਤੇ ਮਾਪੇ ਬੱਚਿਆਂ ਤੋਂ ਸੰਤੁਸ਼ਟ ਘੱਟ ਹੁੰਦੇ ਆ? ਨਹੀਂ, ਐਸੀ ਗੱਲ ਕੋਈ ਨਹੀਂ, ਬੱਚੇ ਕਹਿਣੇਕਾਰ ਹੈ। ਅੱਛਾ ਜੀ। ਹਾਂਜੀ। ਹਾਂ। ਇੱਕ ਬੇਟਾ। ਅੱਛਾ ਜੀ। ਇੱਕ ਬੇਟੀ। ਅੱਛਾ ਜੀ। ਦੋਨੇ ਉੱਥੇ। ਠੀਕ ਹੈ। ਆਏ ਚੱਲ ਗਏ, ਆ ਗਏ ਚੱਲ ਗਏ, ਇਸ ਤਰ੍ਹਾਂ ਚੱਲਦਾ ਇਕੱਠੇ ਕਾਰੋਬਾਰ ਹੈ, ਨਾਲ ਹੀ ਇਕੱਠੇ। ਹੁਣ ਇੱਕ ਪੋਤਾ। ਅੱਛਾ ਜੀ। ਉਹ 11ਵੀਂ 'ਚ। ਅੱਛਾ। ਪੋਤੀ ਆ ਇੱਕ, ਉਹ 5ਵੀਂ 'ਚ। ਅੱਛਾ। ਦੋਤੇ ਆ, ਇੱਕ 8ਵੀਂ 'ਚ ਆ, ਇੱਕ 6ਵੀਂ 'ਚ। ਜਿਹੜੇ ਤੁਹਾਡੇ ਆਪਦੇ ਬੱਚੇ ਤੇ ਉਹਨਾਂ ਦੇ ਅੱਗੇ ਬੱਚੇ ਪੰਜਾਬੀ ਪੜ੍ਹ ਲਿਖ ਲੈਂਦੇ ਜੀ? ਹਾਂਜੀ, ਪਹਿਲਾਂ ਸਿਖਾਈ ਹੈ। ਪੋਤੀ ਪੋਤਾ ਵੀ ਪੜ੍ਹ ਲੈਂਦੇ ਜੀ? ਇਹ ਉੱਥੇ ਸਕੂਲ 'ਚ ਵਿਵਸਥਾ ਜਾਂ ਘਰ? ਪੋਤਾ ਪੋਤੀ ਇੱਥੇ ਆਏ ਆ। ਇੱਥੇ ਆਏ?
ਉਹ ਇੱਥੇ ਪੜ੍ਹਦੇ ਆ? ਦੋਤਾ ਦੋਤੀ ਦੋਤੇ ਦੋਨੇ ਉੱਥੇ ਆ। ਦੋ ਤੇ ਦੋਵੇਂ ਉੱਥੇ ਨੇ ਤੇ ਪੋਤੀ ਪੋਤੀ ਆਏ ਇੱਥੇ। ਉਹ ਇੱਥੇ ਪੜ੍ਹਦੇ ਆ? ਇੱਥੇ ਪੜ੍ਹਦੇ ਨਹੀਂ, ਹੁਣ ਉੱਥੇ ਐਡਮਿਸ਼ਨ ਹੋ ਗਈ ਆ ਉਹਨਾਂ ਦੀ। ਅੱਛਾ ਹੁਣ ਜੀ। ਪਲੇਨ ਬੰਦ ਹੈ। ਪਲੇਨ ਬੰਦ। ਹਾਂਜੀ, ਬੇਟਾ ਵੀ ਆਇਆ ਲੈਣ, ਉਹਨਾਂ ਨੂੰ ਆਇਆ ਸੀ, ਉਹ ਵੀ ਫਸਿਆ ਬੈਠਾ। ਫਲਾਈਟਾਂ ਬੰਦ। ਜ਼ਿੰਦਗੀ ਨਾਲ ਕੋਈ ਨਾਰਾਜ਼ਗੀ ਰਹੀ ਹੋਵੇ? ਨਹੀਂ ਜੀ। ਸਭ ਤੋਂ ਖੁਸ਼ੀ ਦਾ ਪਲ ਕਿਹੜਾ ਸੀ? ਸਭ ਤੋਂ ਖੁਸ਼ੀ ਦਾ ਪਲ ਜਦੋਂ ਪਹਿਲੀ ਵਾਰ ਇੰਡੀਆ ਆਇਆ। ਅੱਛਾ ਜੀ। 4 ਸਾਲਾਂ ਬਾਅਦ। ਹਾਂਜੀ 4 ਸਾਲਾਂ ਬਾਅਦ। 4 ਸਾਲਾਂ ਬਾਅਦ। ਭਵਿੱਖ ਦੇ ਕੀ ਸੁਪਨੇ ਨੇ? ਕੋਈ ਐ ਹੈਗਾ ਕਿ ਆ ਮੇਰਾ ਹੋ ਜਵੇ ਜਾਂ ਇਸ ਤਰੀਕੇ ਨਹੀਂ, ਨਾਲ? ਹੁਣ ਤਾਂ ਬਸ ਸਾਰਾ ਕੁਝ ਹੀ ਪੂਰਾ ਹੋ ਗਿਆ, ਜੋ ਵੀ ਅਸੀਂ ਸੋਚਿਆ ਸੀ, ਜੋ ਲਿਖਿਆ ਸੀ ਸਭ। ਆਪਣੀ ਜ਼ਿੰਦਗੀ ਨਾਲ ਸੰਤੁਸ਼ਟ ਹੋ? ਸਿਹਤ ਠੀਕ ਰਹਿੰਦੀ ਹੈ? ਹਾਂਜੀ। ਜਦੋਂ ਤੁਸੀਂ ਆਪ ਵੈਦ ਹੋ? ਨਹੀਂ, ਕੋਈ ਮੁਸ਼ਕਲ ਨਹੀਂ ਆਉਂਦੀ? ਸਪੋਰਟਸਮੈਨ ਰਿਹਾ ਮੈਂ। ਅੱਛਾ, ਪੰਜਾਬ ਤੋਂ ਕੋਈ ਆਸ ਹੋਵੇ? ਪੰਜਾਬ 'ਚ ਤਾਂ ਰਹਿੰਦੇ ਹੋ, ਪਰ ਫਿਰ ਵੀ ਅਸੀਂ ਪੰਜਾਬ 'ਚ ਰਹਿੰਦੇ ਹੋਏ ਵੀ ਆਪਣੇ ਆਲੇ ਦੁਆਲੇ ਤੋਂ ਕੁਝ ਆਸ ਕਰਦੇ ਹੁੰਦੇ ਹੋ। ਤੁਹਾਨੂੰ ਕੋਈ ਵੀ ਆਹ ਕੰਮ ਤੁਹਾਡੀ ਯੂਨੀਵਰਸਿਟੀ ਨੂੰ ਜਾਂ ਸਾਡੇ ਪੰਜਾਬੀਆਂ ਨੂੰ ਕਰਨਾ ਚਾਹੀਦਾ, ਇਸ ਤਰ੍ਹਾਂ ਦੀ ਕੋਈ ਮਨ 'ਚ ਗੱਲ ਹੋਵੇ? ਕੰਮ ਤਾਂ ਬਥੇਰੇ ਆ ਜਿਹੜੇ ਯੂਨੀਵਰਸਿਟੀਆਂ ਨੂੰ ਜਾਂ ਕਿਸੇ ਸੰਸਥਾ ਦੱਸੋ, ਨੂੰ ਕਰਨੇ ਚਾਹੀਦੇ। ਕੁਝ ਦੱਸੋ ਜਿਹੜੇ ਤੁਹਾਨੂੰ ਲੱਗਦਾ। ਜਿਹੜੇ ਪਹਿਲਾਂ ਤਾਂ ਇਹ ਟੋਲਣੇ ਪੈਣਗੇ ਵੀ ਕਿਹੜੇ ਬੱਚੇ ਜਿਹੜੇ ਟੈਲੈਂਟਡ ਹੈ ਉਹਨਾਂ ਦੀ ਜਹਾਂ ਮਾਲੀਆ ਹਾਲਤ ਖਰਾਬ ਹੈ, ਉਹ ਪੂਰੇ ਨਹੀਂ ਕਰ ਸਕਦੇ। ਬਹੁਤ ਸਾਰਾ ਟੈਲੈਂਟ ਐਸਾ ਹੈ ਜਿਹੜਾ ਹਾਂ ਪਿੰਡਾਂ 'ਚ ਜਿਹੜਾ ਇਸ ਪੱਖ ਤੋਂ ਨਹੀਂ ਹੈ। ਗਾਇਕ ਹੈ, ਖਿਡਾਰੀ ਹੈ, ਪੜ੍ਹਨ ਲਈ ਹੈ, ਉਹਨਾਂ ਦੀਆਂ ਫੀਸਾਂ ਪੂਰੀਆਂ ਨਹੀਂ। ਮੈਂ ਐਸੇ ਯੂਨੀਵਰਸਿਟੀ ਦੇ ਅੰਦਰ ਕਾਲਜ ਹੈ, ਉਹਦੇ 4 ਵਿਦਿਆਰਥੀ ਅਡਾਪਟ ਕੀਤੇ ਇਸੇ ਤਰੀਕੇ ਇੰਜੀਨੀਅਰਿੰਗ ਦੇ। ਹਾਂਜੀ। ਫਿਰ ਤਲਵੰਡੀ ਸਾਬੋ ਵਾਲੇ ਦੇ ਜੀ? ਹਾਂਜੀ, ਤਲਵੰਡੀ ਸਾਡੀ ਯੂਨੀਵਰਸਿਟੀ ਤਲਵੰਡੀ ਸਾਬੋ। ਹਾਂਜੀ। ਉਦੋਂ BC ਬੋਪਾ ਰਾਏ ਸਾਹਿਬ ਗਏ ਸੀ, ਉਦੋਂ ਕੀਤੇ ਹੋਏ। ਉਦੋਂ ਕੀਤੇ। ਬਲਕਿ ਅਸੀਂ ਹੁਣ ਵੀ ਇਹ ਗੱਲ ਸਾਂਝੀ ਕਰਦੇ ਰਹਿੰਦੇ ਹਾਂ ਕਿ ਬਹੁਤ ਸਾਰੇ ਬੱਚੇ ਹਲੇ ਵੀ ਯੂਨੀਵਰਸਿਟੀ 'ਚ ਇਸ ਤਰ੍ਹਾਂ ਦੇ ਹੁੰਦੇ ਆ ਜਾਂ ਪਹੁੰਚ ਨਹੀਂ ਪਾਉਂਦੇ ਹੈਗੇ, ਜਿਨ੍ਹਾਂ ਕੋਲ ਫੀਸ ਦੇਣ ਲਈ ਪੈਸੇ ਨਹੀਂ ਹੁੰਦੇ। ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਉਹ ਫੀਸ ਜ਼ਿਆਦਾ ਵੀ ਨਹੀਂ ਹੁੰਦੀ, ਕਿ ਅਸੀਂ ਆਪ ਵੀ ਕੋਸ਼ਿਸ਼ ਕਰਦੇ ਨੇ ਵੀ ਇੱਕ ਬੱਚੇ ਦੀ ਅਸੀਂ ਫੀਸ ਭਰੀਏ, 2 ਦੀ ਭਰੀਏ। ਇਸ ਕਰਕੇ ਇਸ ਤਰ੍ਹਾਂ ਦੀ ਬਾਹਰੋਂ ਵੀ ਅਸੀਂ ਉਮੀਦ ਕਰਦੇ ਹਾਂ। ਇੱਕ ਬੱਚੇ ਦੀ ਮੇਰੇ ਖਿਆਲ 50,000 ਫੀਸ ਹੋਊਗੀ ਸਾਲ ਦੀ, ਤੇ ਇੱਕ ਬਾਹਰ ਬੰਦੇ ਵਾਸਤੇ ਲਈ 50,000 ਰੁਪਏ ਇੱਕ ਬੱਚੇ ਨੂੰ ਅਡਾਪਟ ਕਰਨਾ ਕੋਈ ਜ਼ਿਆਦਾ ਨਹੀਂ ਹੁੰਦਾ। ਇਹ ਤਾਂ ਤੁਹਾਨੂੰ ਦੁਬਾਰੇ ਐਫਰਟਸ ਕਰਨੀਆਂ ਪੈਣਗੀਆਂ ਆਪਾਂ ਨੂੰ। ਤੇ ਇਹ ਹੋਰ ਕੋਈ ਗੱਲ ਇਸ ਤੋਂ ਬਿਨਾਂ? ਉਦੋਂ ਉਹਨਾਂ ਨੇ ਇਹ ਵੀ ਸੀ ਕਿ ਜਿਹੜੇ ਬੱਚਿਆਂ ਨੂੰ ਨੌਕਰੀ ਦੇਵਾਂਗੇ ਅਸੀਂ, ਵਾਪਸ ਮੋੜਨ, ਉਹ ਪੈਸੇ ਸਾਨੂੰ ਵਾਪਸ ਕਰ। ਮੈਂ ਉਦੋਂ ਕਹਿੰਦਾ ਵੀ ਇਹ ਮੈਨੂੰ ਵਾਪਸ ਨਹੀਂ ਚਾਹੀਦੇ, ਅੱਗੇ ਹੋਰ ਬੱਚੇ ਅਡਾਪਟ ਕਰਦੇ। ਹੋਰ ਕੋਈ ਯੂਨੀਵਰਸਿਟੀ ਤੋਂ ਤੁਹਾਨੂੰ ਉਮੀਦ ਹੋਵੇ? ਸਾਨਾ ਸਾਹਿਬ ਤੁਸੀਂ ਕੁਝ ਨਹੀਂ, ਉਮੀਦ ਤਾਂ ਇਹਨਾਂ ਨੂੰ ਹੈ। ਉਹ ਦੱਸੋ ਤੁਸੀਂ ਕਿਹੜੀ ਉਮੀਦ ਹੈ ਇਹਨਾਂ ਨੂੰ? ਇਹ ਕਿਉਂਕਿ ਇਹਨਾਂ ਦਾ ਆਪਣਾ ਤਾਂ ਪਰਿਵਾਰ ਬਹੁਤਾ ਗਲਫ ਕੰਟਰੀਜ਼ ਦੇ ਵਿੱਚ ਹੀ, ਮਤਲਬ ਜਿਹੜਾ ਆਪਣਾ ਪਰਿਵਾਰ ਹੈ, ਲੇਕਿਨ ਰਿਸ਼ਤੇਦਾਰ ਹੈ ਜਿਹੜੇ ਹੋਰ ਜਿਹੜੇ ਮਤਲਬ ਬਹੁਤ ਦੂਰ ਤੱਕ ਦੀ ਰਿਸ਼ਤੇਦਾਰੀ ਵੀ ਨਾ ਹੋਵੇ, ਨੇੜੇ ਦੀ, ਉਹ ਬਹੁਤੇ ਯੂਰਪ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਵੀ ਰਹਿੰਦੇ ਆ। ਉਹਨਾਂ ਦੇ ਬੱਚਿਆਂ ਨੂੰ ਮਿਲਦੇ ਵੀ ਜਾਂਦੇ ਵੀ ਆ ਵੀ ਉਹਨਾਂ ਨੂੰ। ਜਿੱਦਾਂ ਹੁਣ ਆ ਕਿ NRIs ਬੱਚਿਆਂ ਨੂੰ ਅਡਾਪਟ ਕਰਨ, ਗਰੀਬ ਆ ਜਿਹੜੇ ਟੈਲੈਂਟਡ ਆ, ਉਮੀਦ ਹੈ ਮਤਲਬ ਜਿਹਦੀ ਭਾਵਨਾ ਇਹ ਆ ਕਿ ਉਹਨਾਂ ਬੱਚਿਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਡਾਪਟ ਕਰ ਲਵੇ ਵੀ ਅਸੀਂ ਪੜ੍ਹਾਵਾਂਗੇ, ਹੈ ਨਾ। ਮਤਲਬ ਅਸੀਂ ਆਨਲਾਈਨ ਉਹਨਾਂ ਨੂੰ ਪੰਜਾਬੀ, ਠੀਕ ਆ ਜੀ, ਜਿਵੇਂ ਅੱਜ ਆਪਣੀ ਗੱਲ, ਹੈ ਨਾ, ਇੱਦਾਂ ਦੇ। ਉਹ ਉਸੇ ਵਜ੍ਹਾ ਕਰਕੇ ਇਸ ਮੀਟਿੰਗ ਦੇ ਵਿੱਚ ਆਏ ਸੀਗੇ ਬਈ ਅਸਲ ਦੇ ਵਿੱਚ ਭਾਵਨਾ ਇਹ ਆ ਕਿ ਹੁਣ ਉਹ ਬੱਚੇ ਜਿਹੜੇ ਡਿਵੈਲਪ ਕਰਨਾ ਚਾਹੁੰਦੇ, ਜਿਹੜੇ ਸੱਭਿਆਚਾਰ ਨੂੰ ਨਾਲ ਜੁੜੇ ਰਹਿਣਾ ਚਾਹੁੰਦੇ ਆ, ਆਇਡੈਂਟੀਟੀ ਆਪਣੀ ਕਾਇਮ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਐਨਰਿਚ ਕਰਨ ਦੇ ਲਈ ਉਹਨਾਂ ਨੂੰ ਹੁਣ ਪੰਜਾਬੀ ਯੂਨੀਵਰਸਿਟੀ ਅਡਾਪਟ ਕਰ ਲਈ। ਇਹ ਮੇਰੇ ਖਿਆਲ ਬਹੁਤ ਹੀ ਓਰੀਜਨਲ ਤੇ ਬਹੁਤ ਹੀ ਫਾਇਦੇ ਵਾਲਾ ਵਿਚਾਰ ਆ, ਹਨਾ, ਕਿ ਕੋਈ ਪੰਜਾਬੀ ਯੂਨੀਵਰਸਿਟੀ ਕਰ ਸਕਦੀ ਹੈ। ਆਈਡੀਆ ਬਹੁਤ ਹੀ ਵਧੀਆ ਹੈ ਤੇ ਪੰਜਾਬੀ ਯੂਨੀਵਰਸਿਟੀ ਲਈ ਕੋਈ ਔਖਾ ਕੰਮ ਨਹੀਂ ਹੈਗਾ ਕਰਨਾ, ਹਨਾ। ਇਹ ਆਪਾਂ ਰਲ ਮਿਲ ਕੇ ਜ਼ਰੂਰ ਇਹਨੂੰ ਸਿਰੇ ਚਾੜਾਂਗੇ।